ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ। ਚੋਟੀ ਕਾਲ ਗਹੀ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ। ਚੋਟੀ ਕਾਲ ਗਹੀ ਰਹਾਉ। ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਅਵਰ ਸਗਲ ਮਿਥਿਆ ਏ ਜਾਨੋ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਰਾਜਾਨ ਰਾਜ ਪਾਨਾਨ ਭਾਣ, ਦੇਵਾਨ ਦੇਵ ਉਪਮਾ ਮਹਾਨ। ਛਤਰ ਚਵਰ ਸਿੰਘਾਸਨ ਦੇ ਮਾਲਕ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜਗਦੀ ਜੋਤ ਸ਼ਬਦ ਗੁਰੂ। ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਦਿਆਂ ਹੋਇਆਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਕੀ ਸਤ ਸੰਗਤ ਦੇ ਅੰਦਰ ਜੁੜ ਕਰਕੇ ਜਿਤਨੇ ਵੀ ਆਪ ਮਾਈ ਭਾਈ ਬੈਠੇ ਹੋ, ਆਓ ਸਭ ਤੋਂ ਪਹਿਲਾਂ ਆਪਾਂ ਗੁਰੂ ਫਤਿਹ ਦੀ ਸਾਂਝ ਪਾਈਏ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਇਨ੍ਹਾਂ ਪਾਵਨ ਪਵਿੱਤਰ ਅਸਥਾਨਾਂ ਤੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਅਸਥਾਨਾਂ ਤੇ ਰੋਜ਼ਾਨਾ ਹੀ ਆਪਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਹੁਕਮਨਾਮਾ ਪ੍ਰਾਪਤ ਹੁੰਦਾ ਹੈ, ਉਸ ਦੀ ਵਿਚਾਰ ਸਰਵਣ ਕਰਦੇ ਹਾਂ। ਅੱਜ ਦਾ ਜਿਹੜਾ ਆਪਾਂ ਨੂੰ ਪਵਿੱਤਰ ਹੁਕਮਨਾਮਾ ਪ੍ਰਾਪਤ ਹੋਇਆ ਹੈ, ਉਸ ਦਾ ਮੂਲ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਵਿੱਚੋਂ ਇਹ ਪਵਿੱਤਰ ਉਹਨਾਂ ਦਾ ਉਚਾਰਨ ਕੀਤਾ ਸ਼ਬਦ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਤੇਗ ਬਹਾਦਰ ਕੇ ਚਲਤ ਭਇਓ, ਜਗਤ ਕੋ ਸੋਕ ਹੈ ਸਭ ਜਗ ਭਇਓ। ਜੈ 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 ਸੁਰ ਲੋਕ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ, ਜਿਸ ਪਾਵਨ ਸ਼ਬਦ ਦੇ ਅੰਦਰ
ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਮਨੁੱਖਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਲਿਆ ਯਾਦ ਰੱਖ ਕਿ ਜਿਹੜੀ ਮੌਤ ਹੈ ਉਹ ਆ ਕਰਕੇ ਆਪਣੇ ਸਮੇਂ ਦੇ ਮੁਤਾਬਕ ਮੰਡਿਆ ਜਾਂਦੀ ਹੈ, ਉਹ ਸਮੇਂ ਦੇ ਮੁਤਾਬਕ ਆਪਣਾ ਕੰਮ ਕਰ ਜਾਂਦੀ ਹੈ, ਪਰ ਮਨੁੱਖ ਦੇ ਮਨ ਹੀ ਮਨ ਦੇ ਵਿੱਚ ਆਪਣੀ ਵਾਸ਼ਨਾ, ਆਪਣੀ ਮਨਸਾ, ਆਸਾ ਜਿਹੜੀ ਹੈ ਰੋਜ਼ ਰਹਿ ਜਾਂਦੀ ਹੈ। ਕਿਉਂ? ਕਿਉਂਕਿ ਮੌਤ ਦਾ ਪਤਾ ਕੋਈ ਨਹੀਂ ਹੈ ਕਿ ਆਵੇਗੀ ਕਦੋਂ, ਪਰ ਕਾਰਨ ਇਹ ਕਿ ਮਨੁੱਖ ਦਿਨਾਂ ਦੀ ਆਸ ਰੱਖ ਕੇ ਵੀ ਬੈਠਾ ਹੈ, ਸਾਲਾਂ ਦੀ, ਮਹੀਨਿਆਂ ਦੀ ਆਸ ਰੱਖ ਕੇ ਵੀ ਬਹਿ ਜਾਂਦਾ ਹੈ। ਐਸ ਮਹੀਨੇ ਜਾਂ ਅਗਲੇ ਮਹੀਨੇ ਮੈਂ ਆਹ ਕੰਮ ਕਰਾਂਗਾ, ਕੱਲ ਨੂੰ ਆਹ ਕੰਮ ਕਰਾਂਗਾ ਤੇ ਸਾਲ ਨੂੰ ਆਹ ਕੰਮ ਕਰਾਂਗਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ, ਜੇ ਕਰਮਾਂ ਦੇ ਵਿੱਚ ਜਿਸ ਮਕਸਦ ਵਾਸਤੇ ਇਸ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਉਸ ਮਕਸਦ ਨੂੰ ਪੂਰਿਆਂ ਹੀ ਨਾ ਕੀਤਾ ਤੇ ਸਾਡਾ ਸੰਸਾਰ ਵਿੱਚ ਮਨੁੱਖਾ ਜਨਮ ਲੈਣ ਦਾ ਕੀ ਫਾਇਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਜਿਹੜਾ ਸ਼ਬਦ ਉਚਾਰਿਆ, ਇਹ ਜਿੱਥੇ ਤਰਬੇਣੀ ਨਦੀ ਹੈ ਨਾ, ਜਿਹਨੂੰ ਪ੍ਰਾਗ ਵੀ ਕਿਹਾ ਜਾਂਦਾ ਹੈ, ਪ੍ਰਾਗ ਦਾਸ ਵੀ ਕਿਹਾ ਜਾਂਦਾ ਹੈ, ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਯਾਤਰਾ ਕਰਦੇ ਹੋਏ ਉਸ ਤਰਬੇਣੀ ਨਦੀ ਤੇ ਗਏ ਤੇ ਉੱਥੇ ਕੀ ਹੋਇਆ, ਤਕਰੀਬਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ 6 ਮਹੀਨੇ ਦਾ ਸਮਾਂ ਉੱਥੇ ਗੁਜ਼ਾਰਿਆ। 6 ਮਹੀਨਿਆਂ ਦੇ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸਾਰੇ ਹੀ ਆਏ, ਜਿਹੜੇ ਖੱਟ ਸ਼ਾਸਤਰੀ ਸਨ ਉਹ ਵੀ ਚੱਲ ਕੇ ਆਏ, ਜਿਹੜੇ ਰਾਮ ਚੰਦਰ ਜੀ ਦੇ ਪੂਜਕ ਸਨ ਉਹ ਵੀ ਆਏ, ਜਿਹੜੇ ਰਾਮ ਕ੍ਰਿਸ਼ਨ ਜੀ ਦੇ ਇਸੇ ਪ੍ਰਕਾਰ ਰਾਮ ਜੀ ਦੇ ਤੇ ਕ੍ਰਿਸ਼ਨ ਜੀ ਦੇ ਪੁਜਾਰੀ ਸਨ ਉਹ ਵੀ ਆਏ, ਜਿਹੜੇ ਵਿਸ਼ਨੂੰ ਜੀ ਦੀ ਪੂਜਕ ਸਨ ਉਹ ਵੀ ਆਏ। ਪਰ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਜਿਹੜੇ ਖੱਟ ਸ਼ਾਸਤਰੀ ਸਨ ਉਹਨਾਂ ਨੂੰ ਆਪਣਾ ਇਸ਼ਟ ਜਿਹੜਾ ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਵਿੱਚੋਂ ਦਿਖਾਈ ਦਿੱਤਾ। ਜਿਹੜੇ ਰਾਮ ਚੰਦਰ ਜੀ ਦੇ ਪੂਜਕ ਸਨ ਉਹਨਾਂ ਨੂੰ ਰਾਮ ਚੰਦਰ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਵਿੱਚ ਦਰਸ਼ਨ ਹੋਏ। ਜਿਹੜੇ ਕ੍ਰਿਸ਼ਨ ਭਗਵਾਨ ਜੀ ਦੇ ਪੂਜਕ ਸਨ ਉਹਨਾਂ ਨੂੰ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਹੋਏ। ਇਸ ਤੋਂ ਇਲਾਵਾ ਵਿਸ਼ਨੂੰ ਦੇ ਪੂਜਕ ਜਿਹੜੇ ਸਨ ਉਹਨਾਂ ਨੂੰ ਆਪਣੇ ਦੇਵਤਿਆਂ ਦੇ ਦਰਸ਼ਨ ਹੋਏ। ਉੱਥੇ ਸਾਰੇ ਹੀ ਹੈਰਾਨ ਹੋ ਗਏ ਕਿ ਇੱਕ ਕਹਿੰਦਾ ਹੈ ਮੈਂ ਆਪਣੇ ਧਰਮ ਦੇ ਮੁਤਾਬਕ ਆਇਆ ਹਾਂ, ਮੈਨੂੰ ਮੇਰੇ ਪੂਜਕ ਦੇ, ਮੇਰੇ ਦੇਵਤੇ ਦੇ ਦਰਸ਼ਨ ਹੋਏ ਨੇ। ਦੂਜਾ ਕਹਿਣ ਲੱਗਾ ਮੈਨੂੰ ਮੇਰੇ ਦੇ ਹੋਏ ਨੇ। ਸਾਰੇ ਕਹਿਣ ਲੱਗੇ, ਅਖੀਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਸਾਰੇ ਝੁਕ ਗਏ। ਆਖਿਆ, ਹੇ ਗੁਰੂ ਤੇਗ ਬਹਾਦਰ ਪਾਤਸ਼ਾਹ, ਤੁਸੀਂ ਮਹਾਨ ਜੇ, ਸਾਨੂੰ ਨਹੀਂ ਸੀ ਪਤਾ ਕਿ ਕੇਵਲ ਤੁਸੀਂ ਇੱਕ ਤੇਗ ਬਹਾਦਰ ਜੇ, ਅੱਜ ਤਾਂ ਇਹ ਸਮਝ ਲਿਆ ਕਿ ਸਾਰੇ ਸੰਸਾਰ ਦੇ ਤੁਸੀਂ ਮਾਲਕ ਹੋ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਹੜੇ ਖੱਟ ਸ਼ਾਸਤਰੀ ਸੀ ਨਾ, ਜਿਹੜੇ 6 ਸ਼ਾਸਤਰਾਂ ਨੂੰ ਧਾਰਨ ਕਰਨ ਵਾਲੇ ਸਨ, ਉਹਨਾਂ ਦੀ ਸਿੱਖਿਆ ਲੈਣ ਵਾਲੇ, ਉਹਨਾਂ ਦੀ ਸਿੱਖਿਆ ਤੇ ਚੱਲਣ ਵਾਲੇ ਜਿਹੜੇ ਸਨ, ਉਹਨਾਂ ਨੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ। ਆਖਿਆ ਕਿ ਸਾਨੂੰ ਇਹ ਦੱਸਣਾ ਕਰੋ ਕਿ ਕੀ ਇਸੇ ਤਰ੍ਹਾਂ ਸਾਡੇ ਹਰ ਮਤ, ਸਾਡੇ ਹਰ ਧਰਮ ਨੂੰ ਪਰਮਾਤਮਾ ਨੇ, ਰਾਮ ਨੇ, ਵਾਹਿਗੁਰੂ ਨੇ ਪ੍ਰਵਾਨ ਕੀਤਾ ਹੈ ਕਿ ਨਹੀਂ ਕੀਤਾ, ਜਾਂ ਸਾਡਾ ਇਹ ਜੀਵਨ ਜਿਹੜਾ ਹੈ ਕਿਵੇਂ ਪ੍ਰਵਾਨ ਹੋਵੇਗਾ, ਅਸੀਂ ਰੱਬ ਦੀ ਇਬਾਦਤ ਕਰਕੇ ਕਿਵੇਂ ਪਰਮਾਤਮਾ ਦਾ ਸਿਮਰਨ ਭਜਨ ਕਰਾਂਗੇ। ਉੱਥੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਪਾਵਨ ਸ਼ਬਦ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 631 ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸੋਰਠ ਰਾਗ ਦੇ ਅੰਦਰ ਇਹ ਜਿਹੜਾ ਸ਼ਬਦ ਉਚਾਰਿਆ ਹੈ, ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਸ਼ਬਦ ਜਿਹੜਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਉਚਾਰਨ ਕੀਤਾ। ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਿੱਖਿਆ ਦੇ ਰਹੇ ਨੇ, ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਸਤਿਗੁਰੂ ਪਾਤਸ਼ਾਹ ਜੀ ਦੇ ਆਓ ਇਸ ਪਾਵਨ ਸ਼ਬਦ ਨੂੰ ਆਪਾਂ ਆਰੰਭ ਤੋਂ ਪ੍ਰਾਰੰਭ ਕਰਕੇ
ਇਸ ਸ਼ਬਦ ਦੀ ਵਿਚਾਰ ਕਰਨ ਅਤੇ ਸੁਣਨ ਦਾ ਯਤਨ ਕਰੀਏ। ਗੁਰੂ ਸਾਹਿਬ ਜੀ ਰਹਿਮਤ ਕਿਰਪਾ ਕਰਨ, ਆਪਣੀ ਪਵਿੱਤਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਰਹਿਮਤ ਕਿਰਪਾ ਕਰਕੇ ਕਰਵਾ ਲੈਣ। ਐਸੀ ਕਿਰਪਾ ਬਖਸ਼ਿਸ਼ ਹੋ ਜਾਵੇ। ਆਓ ਆਪਾਂ ਸਾਰੇ ਗੁਰੂ ਸਾਹਿਬ ਜੀ ਦੀ ਰਹਿਮਤ ਕਿਰਪਾ ਬਖਸ਼ਿਸ਼ ਪ੍ਰਾਪਤ ਕਰੀਏ। ਰਸਨਾ ਨੂੰ ਪਵਿੱਤਰ ਕਰੀਏ, ਇਕਾਗਰਤਾ ਬਣਾਓ। ਸਾਰੀ ਸੰਗਤ ਗੱਜ ਕੇ ਜਪੋ ਜੀ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹ ਸੋਰਠ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ। ਇੱਥੇ ਮੈਂ ਇੱਕ ਬੇਨਤੀ ਹੋਰ ਕਰਦਿਆਂ, ਗੁਰੂ ਪਿਆਰੀ ਸਾਧ ਸੰਗਤ ਜੀ, ਉਸ ਧਰਤੀ ਤੇ ਤਰਬੇਣੀ ਨਦੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੱਖ-ਵੱਖ ਇਹਨਾਂ ਧਰਮਾਂ ਦੇ ਲੋਕਾਂ ਦੇ ਨਾਲ ਵਿਚਾਰ ਕਰਕੇ ਤੇ 12 ਸ਼ਬਦ 12 ਇਹ ਜਿਹੜੇ ਹੁਕਮਨਾਮੇ ਨੇ 12 ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰੇ। ਜਿਨ੍ਹਾਂ 12 ਸ਼ਬਦਾਂ ਦੇ ਵਿੱਚੋਂ ਇਹ ਦੂਜਾ ਸ਼ਬਦ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹ ਦੂਜਾ ਸ਼ਬਦ ਉਚਾਰਿਆ ਹੈ। ਮਨ ਕੀ ਮਨ ਹੀ ਮਾਹੇ ਰਹੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਲਿਓ ਯਾਦ ਰੱਖੋ ਕਿ ਮਨ ਦੀ ਜਿਹੜੀ ਵਾਚਨਾ, ਮਨ ਦੀ ਇੱਛਾ ਹੈ, ਮਨ ਦੀ ਵਿਚਾਰ ਜਿਹੜੀ ਹੈ ਉਹ ਮਨ ਦੇ ਵਿੱਚ ਹੀ ਰਹਿ ਜਾਂਦੀ ਹੈ। ਕਿਉਂਕਿ ਗੁਰੂ ਪਿਆਰਿਓ, ਕਈ ਵਾਰੀ ਬੰਦਾ ਆਪਣੇ ਮਨ ਦੇ ਅੰਦਰ ਕਈ ਤਰੀਕਿਆਂ ਦੇ ਨਾਲ ਵਿਚਾਰਾਂ ਕਰਦਾ ਹੈ ਕਿ ਮੈਂ ਆਹ ਕਰਾਂਗਾ, ਮੈਂ ਆਹ ਕਰਕੇ ਇੱਥੋਂ ਤੱਕ ਜਾਵਾਂਗਾ। ਕਦੀ ਕਹਿੰਦੇ ਮੈਂ ਇਸੇ ਪ੍ਰਕਾਰ ਵੱਡਾ ਹੋ ਜਾਵਾਂਗਾ, ਕਦੀ ਛੋਟਾ, ਕਦੀ ਮੈਂ ਆਹ ਕਮਾਈ ਕਰ ਲਵਾਂਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਪਰ ਮਨੁੱਖ ਦੀ ਮਨ ਦੇ ਵਿੱਚ ਹੀ ਰਹਿ ਜਾਂਦੀ ਹੈ। ਸ਼ਾਇਦ ਆਪ ਜੀ ਨੇ ਇਤਿਹਾਸ ਦੇ ਵਿੱਚ ਇੱਕ ਸ਼ੇਖ ਚਿੱਲੀ ਦਾ ਨਾਮ ਸੁਣਿਆ ਹੋਵੇ। ਇੱਕ ਸ਼ੇਖ ਚਿੱਲੀ ਸੀ, ਉਹ ਇੱਕ ਜਗ੍ਹਾ ਦੇ ਵਿੱਚ ਬੈਠਾ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਬੈਠਿਆ ਹੋਇਆ ਉਹਦੇ ਕੋਲ ਇੱਕ ਸ਼ਾਹੂਕਾਰ ਆਇਆ। ਹੁਣ ਜਿਹੜੀ ਮਨ ਵਿੱਚ ਰਹਿ ਜਾਂਦੀ ਹੈ, ਜਦੋਂ ਉਹ ਆਇਆ ਤੇ ਆ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਉਹਨੇ ਉਹਨੂੰ 1 ਟਕਾ ਸ਼ੇਖ ਚਿੱਲੀ ਨੂੰ ਦਿੱਤਾ। 1 ਟਕਾ ਦੇ ਕਰਕੇ ਸ਼ੇਖ ਚਿੱਲੀ ਨੂੰ ਕਹਿਣ ਲੱਗਾ, ਸ਼ਾਹੂਕਾਰ ਕਹਿਣ ਲੱਗਾ ਕਿ ਇਸ ਤਰ੍ਹਾਂ ਕਰ, ਆ ਮੇਰਾ ਇੱਕ ਤੇਲ ਦਾ ਭਰਿਆ ਹੋਇਆ ਭਾਂਡਾ ਏ, ਇਹਨੂੰ ਸਿਰ ਤੇ ਰੱਖ ਆਪਣੇ ਤੇ ਮੇਰੇ ਨਾਲ ਆ ਤੇ ਮੇਰੇ ਪਿੱਛੇ ਪਿੱਛੇ ਤੁਰਿਆ ਆ। ਸ਼ੇਖ ਚਿੱਲੀ ਨੇ ਉਹ 1 ਟਕਾ ਲੈ ਲਿਆ, ਲੈ ਕੇ ਟਕਾ ਤੇ ਉਹ ਤੇਲ ਨੂੰ ਫੜਿਆ ਤੇ ਪਕੜ ਕਰਕੇ ਉਹਦੇ ਪਿੱਛੇ ਪਿੱਛੇ ਤੁਰਿਆ ਜਾਂਦਾ ਹੈ। ਪਰ ਪਿੱਛੇ ਪਿੱਛੇ ਤੁਰਦਿਆਂ ਤੁਰਦਿਆਂ ਜਿਹੜਾ ਸ਼ੇਖ ਚਿੱਲੀ ਹੈ ਉਹਨੇ ਮਨ ਦੇ ਅੰਦਰ ਸੋਚਿਆ, ਕਹਿਣ ਲੱਗਾ ਕਿ ਜਿਹੜਾ ਮੈਨੂੰ ਅੱਜ 1 ਟਕਾ ਮਿਲਿਆ ਏ, ਇਸ ਟਕੇ ਦਾ ਮੈਂ ਮੁਰਗੀਆਂ ਖਰੀਦਾਂਗਾ, ਉਹ ਆਂਡੇ ਦੇਣਗੀਆਂ। ਆਂਡੇ ਦੇਣ ਤੋਂ ਬਾਅਦ ਮੈਂ ਉਹਨਾਂ ਤੋਂ ਬੱਚੇ ਪੈਦਾ ਕਰਾਂਗਾ, ਬੜੀਆਂ ਜ਼ਿਆਦੀਆਂ ਮੇਰੇ ਕੋਲ ਮੁਰਗੀਆਂ ਹੋ ਜਾਣਗੀਆਂ। ਫਿਰ ਉਹਨਾਂ ਮੁਰਗੀਆਂ ਨੂੰ ਵੇਚ ਕਰਕੇ ਮੈਂ ਇੱਕ ਬੱਕਰੀ ਖਰੀਦਾਂਗਾ, ਬੱਕਰੀ ਇਸੇ ਪ੍ਰਕਾਰ ਬੱਚੇ ਦੇਵੇਗੀ ਤੇ ਬਹੁਤ ਜ਼ਿਆਦਾ ਮੇਰੇ ਕੋਲ ਇੱਜੜ ਇਕੱਠਾ ਹੋ ਜਾਵੇਗਾ। ਉਸ ਸਾਰੇ ਬੱਕਰੀਆਂ ਦੇ ਇੱਜੜ ਨੂੰ ਵੇਚ ਕਰਕੇ ਮੈਂ ਇੱਕ ਮੱਝ ਖਰੀਦਾਂਗਾ ਤੇ ਮੱਝ ਨੂੰ ਖਰੀਦ ਕਰਕੇ ਜਦੋਂ ਉਹਦੇ ਤੋਂ ਬੜੀਆਂ ਜ਼ਿਆਦੀਆਂ ਮੱਝਾਂ ਬਣ ਜਾਣਗੀਆਂ, ਫਿਰ ਮੈਂ ਰਿਸ਼ਤਾ ਕਰਾਵਾਂਗਾ, ਮੇਰਾ ਵਿਆਹ ਹੋਵੇਗਾ, ਮੇਰੇ ਬੱਚੇ ਹੋਣਗੇ। ਉਹਨਾਂ ਮੱਝਾਂ ਦੇ ਵਪਾਰ ਤੋਂ ਲੈ ਕਰਕੇ ਮੈਂ ਕੀ ਕਰਾਂਗਾ, ਫਿਰ ਮੈਂ ਬੜਾ ਵੱਡਾ ਧਨਾੜ ਬਣ ਜਾਵਾਂਗਾ, ਬੜਾ ਵੱਡਾ ਸ਼ਾਹੂਕਾਰ ਬਣ ਜਾਵਾਂਗਾ। ਇਹ ਸੋਚਦਾ ਗੁਰੂ ਪਿਆਰਿਓ ਅੱਗੇ ਨੂੰ ਚਲਾ ਗਿਆ। ਰਸਤੇ ਦੇ ਵਿੱਚ ਗਿਆ ਤੇ ਜਿਹੜਾ ਭਾਂਡਾ ਤੇਲ ਦਾ ਭਰ ਕੇ ਉਹਨੇ ਸਿਰ ਤੇ ਰੱਖਿਆ ਸੀ, ਉਹਦਾ ਤੇਲ ਦਾ ਭਾਂਡਾ ਉੱਥੇ ਡੁੱਲ ਗਿਆ। ਜਦੋਂ ਤੇਲ ਦਾ ਭਾਂਡਾ ਡੁੱਲ ਗਿਆ, ਡੁੱਲਣ ਤੋਂ ਬਾਅਦ ਉਹ ਸ਼ਾਹੂਕਾਰ ਨੇ ਉਹਨੂੰ ਝਿੜਕਾਂ ਮਾਰੀਆਂ, ਬੜਾ ਕੁਝ ਕੀਤਾ। ਕਹਿਣ ਲੱਗਾ, ਤੂੰ ਮੇਰਾ ਤੇਲ ਡੋਲ ਦਿੱਤਾ ਏ, ਤੂੰ ਮੇਰੇ ਨਾਲ ਆਹ ਕੁਝ ਕਰ ਦਿੱਤਾ, ਮੇਰਾ ਨੁਕਸਾਨ ਕਰ ਦਿੱਤਾ ਏ। ਦੋਵੇਂ ਹੱਥ ਜੋੜ ਕੇ ਸ਼ੇਖ ਚਿੱਲੀ ਕਹਿਣ ਲੱਗਾ ਸ਼ਾਹੂਕਾਰਾ, ਤੂੰ ਇੱਕ ਤੇਲ ਦੇ ਭਾਂਡੇ ਨੂੰ ਰੋਣਾ ਏ, ਮੇਰਾ ਸਾਰਾ ਇਹ ਪਰਿਵਾਰ ਜਿਹੜਾ ਉਹ ਉੱਜੜ ਗਿਆ ਹੈ। ਮੇਰਾ ਬਣਾਇਆ ਹੋਇਆ ਪਰਿਵਾਰ, ਮੇਰਾ ਬਣਾਇਆ ਹੋਇਆ ਮਹਿਲ, ਮੇਰੀਆਂ ਆਸਾਂ ਦਾ ਜਿਹੜਾ ਮਹਿਲ ਹੈ
ਉਹ ਉੱਥੇ ਹੀ ਮੇਰੇ ਮਨ ਦੇ ਵਿੱਚ ਹੀ ਰਹਿ ਗਿਆ ਏ। ਤੂੰ ਆਪਣੇ ਆ ਥੋੜੇ ਜਿਹੇ ਤੇਲ ਨੂੰ ਡੀਕਦਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਮਨ ਕੀ ਮਨ ਹੀ ਮਾਹੇ ਰਹੀ। ਹੇ ਭਾਈ, ਮਨ ਦੀ ਜਿਹੜੀ ਆਸ ਹੈ, ਇਸੇ ਪ੍ਰਕਾਰ ਮਨ ਦੀ ਮਨਸਾ ਜਿਹੜੀ ਹੈ ਉਹ ਮਨ ਦੇ ਵਿੱਚ ਹੀ ਰਹਿ ਗਈ ਹੈ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ, ਭਲਿਆ ਨਾ ਹਰੀ ਪਰਮਾਤਮਾ ਦਾ ਸਿਮਰਨ ਕੀਤਾ। ਸਾਡਾ ਸੰਸਾਰ ਵਿੱਚ ਆਉਣ ਦਾ ਮਕਸਦ ਕੀ ਹੈ? ਕੇਵਲ ਤਾਂ ਕੇਵਲ ਇੱਕ ਹਰੀ ਵਾਹਿਗੁਰੂ ਦੇ ਪਰਮਾਤਮਾ ਦੇ ਨਾਮ ਦੀ ਕਮਾਈ ਕਰਨ ਦਾ ਮਕਸਦ ਹੈ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ। ਸਾਨੂੰ ਅਸੀਂ ਕੀ ਲੈਣਾ ਸੀ? ਨਾਮ ਰੂਪੀ ਖਜ਼ਾਨੇ ਨੂੰ। ਇਸੇ ਪ੍ਰਕਾਰ ਉਸ ਅਕਾਲ ਦੇ ਖਜ਼ਾਨੇ ਨੂੰ ਇਕੱਠਿਆਂ ਕਰਕੇ ਅਸੀਂ ਪਰਮਾਤਮਾ ਦੇ ਨਾਮ ਦੀ ਕਮਾਈ ਕਰਨੀ ਸੀ। ਪਰ ਮਨੁੱਖ ਸੰਸਾਰੀ ਧੰਦਿਆਂ, ਪਰਮਾਤਮਾ ਦੀ ਬਣਾਈ ਹੋਈ ਸਮੁੱਚੇ ਸੰਸਾਰ ਦੀ ਮਾਇਆ ਦੀ ਤ੍ਰਿਸ਼ਨਾ ਵਿੱਚ ਡੁੱਬ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਆਪਣਾ ਜੀਵਨ ਅਜਾਈਂ ਗਵਾ ਲੈਂਦਾ ਹੈ। ਕਿਉਂਕਿ ਮਾਇਆ ਜਨਮ ਤੋਂ ਲੈ ਕੇ ਨਾ ਗੁਰਮੁਖੋ ਮੌਤ ਤੱਕ ਮਾਇਆ ਖਹਿੜਾ ਨਹੀਂ ਛੱਡਦੀ। ਮਾਇਆ ਇੱਕ ਰੂਪ ਵਿੱਚ ਨਹੀਂ, ਮਾਇਆ ਕੱਲੇ ਪੈਸੇ ਦੇ ਰੂਪ ਵਿੱਚ ਨਹੀਂ, ਪਰ ਮਾਇਆ ਉਸ ਤ੍ਰਿਸ਼ਨਾ ਦੇ ਵਿੱਚ ਬੰਦਾ ਲੱਗਦਾ ਏ। ਪਰ ਪਰਮਾਤਮਾ ਦਾ ਵਾਹਿਗੁਰੂ ਦਾ ਸਿਮਰਨ ਭਜਨ ਛੱਡ ਕਰਕੇ ਉਹਦੀ ਲਪੇਟ ਦੇ ਵਿੱਚ ਆਪਣੀ ਜ਼ਿੰਦਗੀ ਗਵਾ ਪੈਂਦਾ ਏ। ਸਤਿਗੁਰੂ ਕਹਿੰਦੇ ਨੇ, ਪਹਿਲੇ ਪਿਆਰ ਲੱਗਾ ਥਣ ਦੁੱਧ। ਬੱਚੇ ਛੋਟੇ ਨੂੰ ਜਿਹੜੀ ਮਾਇਆ ਹੈ ਨਾ, ਉਹ ਦੁੱਧ ਦੇ ਰੂਪ ਵਿੱਚ ਪਕੜ ਲੈਂਦੀ ਹੈ। ਦੂਜੇ ਮਾਈ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛਿਵੈ ਕਾਮ ਨ ਪੁੱਛੈ ਜਾਤ, ਸਤਵੇਂ ਸੰਝ ਕੀਆ ਘਰਵਾਸ, ਅਠਵੇਂ ਕ੍ਰੋਧ ਹੁਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਇਆ ਸਵਾਹ, ਗਏ ਸਗੀਤ ਪੁਕਾਰੀ ਤਾ ਉੱਡਿਆ ਹੰਸ ਦਸਾਏ ਰਾਹ। ਕਾਰਨ ਕੀ ਬਣਿਆ? 10 ਅਵਸਥਾ ਜੀਵਨ ਵਿੱਚ ਮਿਲੀਆਂ, ਜਨਮ ਤੋਂ ਲੈ ਕੇ ਮੌਤ ਤੱਕ। 10 ਦੀਆਂ 10 ਕੋਈ ਖੇਡਾਂ ਵਿੱਚ, ਖਾਣ ਪੀਣ ਦੇ ਵਿੱਚ, ਭਾਵ ਕਿ ਮਾਇਆ ਦੇ ਵਿੱਚ ਹੀ ਵਰਤਾਰੇ ਨੂੰ ਵਰਤ ਲਿਆ, ਪਰ ਪਰਮਾਤਮਾ ਦਾ ਸਿਮਰਨ ਕੀਤਾ ਹੀ ਨਹੀਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਕਿ ਨਾ ਹਰ ਭਜੇ, ਨਾ ਪਰਮਾਤਮਾ ਦਾ ਸਿਮਰਨ ਭਜਨ ਕੀਤਾ। ਤੇ ਅੱਗੇ ਗੁਰੂ ਤੇਗ ਬਹਾਦਰ ਜੀ ਕਹਿੰਦੇ, ਨਾ ਹਰ ਭਜੇ ਨਾ ਤੀਰਥ ਸੇਵੇ। ਨਾ ਤੀਰਥਾਂ ਤੇ ਜਾ ਕਰਕੇ ਉਸ ਅਕਾਲ ਪਰਮਾਤਮਾ ਦੀ ਇਬਾਦਤ ਕੀਤੀ ਹੈ। ਉਹਦੀ ਇਬਾਦਤ ਕਰਨੀ ਸੀ, ਤੀਰਥਾਂ ਦੇ ਦਰਸ਼ਨ ਕਰਨੇ, ਗੁਰੂ ਘਰਾਂ ਦੇ ਦਰਸ਼ਨ ਕਰਨੇ, ਧਰਮ ਅਸਥਾਨਾਂ ਦੇ ਦਰਸ਼ਨ ਕਰਨੇ ਸਾਡੇ ਵਾਸਤੇ ਜ਼ਰੂਰੀ ਹੈ, ਚੰਗੀ ਗੱਲ ਹੈ। ਪਰ ਗੁਰੂ ਪਿਆਰਿਓ, ਸਾਡਾ ਜਾਣ ਦਾ ਮਕਸਦ ਕੀ? ਉੱਥੇ ਕੇਵਲ ਉਸ ਇੱਕ ਅਕਾਲ ਦੀ ਇਬਾਦਤ ਕਰਨੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਨਾ ਤੀਰਥ ਸੇਵੈ ਚੋਟੀ ਕਾਲ ਗਹੀ। ਪਰ ਕਾਰਨ ਕੀ? ਐਸ ਧਰਤੀ ਨੇ ਸਾਰੇ ਤਰ੍ਹਾਂ ਕਰਕੇ ਕਾਲ ਨੂੰ ਲਪੇਟਿਆ ਹੋਇਆ ਹੈ। ਸਾਰੇ ਥਾਂ ਤੇ ਕਾਲ ਤੁਰਿਆ ਫਿਰਦਾ ਹੈ। ਮਨੁੱਖ ਦੇ ਸਿਰ ਤੇ, ਆਪਣੇ ਸਿਰ ਤੇ ਕਾਲ ਵੀ ਤੁਰਿਆ ਫਿਰਦਾ ਹੈ। ਭਗਤ ਕਬੀਰ ਜੀ ਦੀ ਬਾਣੀ ਦਾ ਵਚਨ ਹੈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੇ ਬਦਕ ਜਿਉ, ਕਹੋ ਕਵਣ ਬਿਦ ਕੀਜੈ। ਬਦਕ ਕਹਿੰਦੇ ਨੇ ਸ਼ਿਕਾਰੀ ਨੂੰ। ਭਗਤ ਕਬੀਰ ਜੀ ਕਹਿੰਦੇ, ਦਿਨ ਕਰਕੇ, ਪਹਿਰ ਕਰਕੇ, ਘੜੀਆਂ ਕਰਕੇ। ਭਾਈ ਯਾਦ ਰੱਖ, ਤੇਰੀ ਇਸੇ ਤਰ੍ਹਾਂ ਆ ਜਿਹੜੀ ਉਮਰ ਹੈ ਬੀਤਦੀ ਜਾਂਦੀ ਹੈ, ਤੇ ਤੇਰੇ ਸਿਰ ਤੇ ਕਾਲ ਇਸ ਤਰ੍ਹਾਂ ਫਿਰਦਾ ਹੈ ਜਿਵੇਂ ਇੱਕ ਸ਼ਿਕਾਰੀ ਸ਼ਿਕਾਰ ਲੱਭਦਾ ਫਿਰਦਾ। ਕਾਲ ਅਹੇਰੀ ਫਿਰੇ ਬਦਕ ਜਿਉ, ਕਹੋ ਕਵਣ ਬਿਦ ਕੀਜੈ। ਯਾਦ ਰੱਖੀ, ਉਦੋਂ ਕਿਹੜੀ ਬਿਦ, ਕਿਹੜਾ ਤਰੀਕਾ ਵਰਤੇਗਾ? ਕੋਈ ਯਤਨ ਤੇਰੇ ਕੋਲੋਂ ਨਹੀਂ ਵਰਤਿਆ ਜਦੋਂ ਕਾਲ ਨੇ ਆ ਕਰਕੇ ਤੇਰੇ ਉੱਤੇ ਝਪਟ ਮਾਰ ਲਈ। ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਇਹ ਸਾਰੀ ਧਰਤੀ ਨੂੰ ਕਾਲ ਨੇ ਆਪਣੇ ਕਬਜ਼ੇ ਦੇ ਵਿੱਚ ਕੀਤਾ ਹੋਇਆ ਹੈ। ਵਿਸ਼ਰਾਮ ਦੇ ਕਰਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਹਨ। ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ, ਦਾਰਾ, ਦਾਰਾ ਕਹਿੰਦੇ ਨੇ ਇਸਤਰੀ ਨੂੰ, ਮੀਤ ਮਿੱਤਰ, ਪੂਤ ਪੁੱਤਰ, ਰਥ ਜਿਹੜੇ
ਇਸੇ ਤਰ੍ਹਾਂ ਪਹਿਲੇ ਸਮੇਂ ਦੇ ਅੰਦਰ ਰਾਜਿਆਂ ਦੇ ਕੋਲ ਸਵਾਰੀ ਕਰਨ ਵਾਲੇ ਸਾਧਨ ਹੁੰਦੇ ਸਨ, 2 ਚੱਕਿਆਂ ਵਾਲੇ ਜਾਂ 4 ਚੱਕਿਆਂ ਵਾਲੇ, ਜਿਨ੍ਹਾਂ ਦੇ ਵਿੱਚ ਘੋੜੇ ਇਤਿਆਦਿਕ ਜੋ ਕਿ ਤੇ ਰਾਜੇ ਲੋਕ ਸਵਾਰੀ ਕਰਿਆ ਕਰਦੇ ਸਨ। ਰੱਥ, ਸੰਪਤ ਸਾਰਾ, ਮਾਲ ਧਨ, ਰਾਜ ਭਾਗ ਸਾਰਾ ਕੁਝ, ਧਨ ਪੂਰਨ ਸਭ ਮਹੀ। ਇਸੇ ਪ੍ਰਕਾਰ ਜੋ ਕੁਝ ਧਨ ਇਤਿਆਦਿਕ ਹੈ, ਜਿੰਨੀ ਮਾਇਆ ਹੈ, ਜੋ ਕੁਝ ਵੀ ਮਾਲ ਧਨ ਇਤਿਆਦਿਕ ਹੈ, ਅਵਰ ਸਗਲ ਮਿਥਿਆ ਏ ਜਾਨੋ, ਭਜਨ ਰਾਮ ਕੋ ਸਹੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ, ਭਾਈ ਆ ਸਾਰਾ ਕੁਝ ਜਿਹੜਾ ਹੈ ਨਾਸਵੰਤ ਜਾਣਨਾ ਕਰ, ਕੋਈ ਵੀ ਨਹੀਂ ਹੈ। ਸਾਰਾ ਕੁਝ ਜੋ ਸਾਨੂੰ ਸਾਡੀਆਂ ਅੱਖਾਂ ਨਾਲ ਗੁਰਮੁਖੋਂ ਦਿਸਦਾ ਹੈ ਨਾ, ਉਹ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਵੇਗਾ। ਅੱਜ ਖਤਮ ਹੋ ਜਾਵੇ, ਕੱਲ ਨੂੰ ਖਤਮ ਹੋ ਜਾਵੇ, ਕਦੋਂ ਖਤਮ ਹੋ ਕੇ ਚਲੇ ਜਾਵੇਗਾ ਸਾਨੂੰ ਨਹੀਂ ਪਤਾ। ਪਰ ਕਾਰਨ ਕੀ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਉਹ ਭਲਿਆ ਲੋਕਾ ਯਾਦ ਰੱਖੀ, ਇਹੋ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਇਹ ਸੰਸਾਰ ਜਿਹੜਾ ਆਉਣ ਜਾਣ ਦਾ ਚੱਕਰ ਹੈ। ਜੋ ਕੁਝ ਇੱਥੇ ਪੈਦਾ ਹੋਇਆ, ਜੋ ਉੱਗਿਆ ਹੈ, ਜੋ ਉਪਜਿਓ ਸੋ ਬਿਨਸ ਹੈ, ਉਹ ਇੱਕ ਦਿਨ ਨਾਸ ਹੋਵੇਗਾ। ਗੁਰਮੁਖੋ ਕਦੀ ਧਿਆਨ ਦਿਓ, ਜੋ ਕੁਝ ਹੁਣ ਤੱਕ ਆਪਾਂ ਪਹਿਲਾਂ ਅੱਖਾਂ ਦੇ ਨਾਲ ਵੇਖਿਆ ਤੇ ਜੋ ਹੁਣ ਆਪਾਂ ਗਾਂ ਵੇਖਾਂਗੇ, ਉਹ ਸਾਰਾ ਕੁਝ ਚਲਾ ਗਿਆ। ਮਨੁੱਖ ਦਾ ਸਰੀਰ ਆਪਾਂ ਵੇਖਦੇ ਹਾਂ, ਸੱਜਣ ਮਿੱਤਰ, ਰਿਸ਼ਤੇਦਾਰ, ਭੈਣ ਭਰਾ, ਸਾਡੇ ਤੋਂ ਬਜ਼ੁਰਗ ਵੱਡੇ ਜਿਹੜੇ ਸਨ ਉਹ ਚਲੇ ਗਏ, ਸਾਡੀਆਂ ਅੱਖਾਂ ਦੇ ਸਾਹਮਣੇ ਸਨ, ਅੱਖਾਂ ਦੇ ਸਾਹਮਣੇ ਚਲੇ ਗਏ। ਇਸ ਤੋਂ ਇਲਾਵਾ ਧਰਤੀ ਤੇ ਪਤਾ ਨਹੀਂ ਕਿੰਨਾ ਕੁਝ ਪ੍ਰਮਾਤਮਾ ਨੇ ਪੈਦਾ ਕੀਤਾ ਹੈ, ਪਰ ਜਿਹੜਾ ਸਾਨੂੰ ਸਾਡੀਆਂ ਅੱਖਾਂ ਨਾਲ ਦੀਦਾ ਉਹ ਨਾਸਵੰਤ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਹ ਕਿਰਪਾ ਕਰਦੇ ਨੇ, ਅਵਰ ਸਗਲ ਮਿਥਿਆ ਇਹ ਜਾਨੋ, ਭਾਈ ਆ ਜਿੰਨਾ ਰੱਥ, ਸੰਪਤ, ਇਸਤਰੀ, ਮਨੁੱਖ ਜੋ ਵੀ ਹੈ, ਇਹ ਸਾਰਾ ਕੁਝ ਮਿਥਿਆ ਜਾਣਨ ਵਾਲਾ ਜਾਣਨਾ ਕਰ। ਜਦੋਂ ਆਪਾਂ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਭਗਤ ਬਾਣੀ ਦੇ ਵਿੱਚ, ਸ਼ਾਇਦ ਕਦੀ ਕਦੀ ਆਪਾਂ ਉਹ ਹੁਕਮਨਾਮਾ ਵੀ ਸੁਣਦੇ ਹਾਂ। ਭਗਤ ਨਾਮਦੇਵ ਜੀ ਨੇ ਇੱਕ ਸ਼ਾਹੂਕਾਰ ਦੇ ਪਰਥਾਏ ਉਹ ਪਵਿੱਤਰ ਸ਼ਬਦ ਉਚਾਰਿਆ ਹੈ। ਭਗਤ ਨਾਮਦੇਵ ਜੀ ਕਿਤੇ ਬਾਹਰ ਗਏ ਸਨ ਤੇ ਲਾਗੇ ਜਿੱਥੇ ਝੁੱਗੀ ਸੀ ਨਾ ਭਗਤ ਨਾਮਦੇਵ ਜੀ ਦੀ, ਉੱਥੇ ਸ਼ਾਹੂਕਾਰ ਦਾ ਘਰ ਸੀ। ਤੇ ਸ਼ਾਹੂਕਾਰ ਦਾ ਜਿਹੜਾ ਗੁਰਮੁਖੋ ਘਰ ਸੀ ਨਾ, ਉਹਨੇ ਕੀ ਕੀਤਾ, ਜਦੋਂ ਭਗਤ ਨਾਮਦੇਵ ਜੀ ਬਾਹਰ ਕਿਤੇ ਗਏ ਤੇ ਉਹਨੇ ਝੁੱਗੀ ਢਾਹ ਕੇ ਪਾਸੇ ਕਰ ਦਿੱਤੀ, ਆਪਣੇ ਮਕਾਨ ਦੀ ਕੰਧ ਸਿੱਧੀ ਕਰ ਦਿੱਤੀ। 6 ਮਹੀਨਿਆਂ ਬਾਅਦ ਭਗਤ ਨਾਮਦੇਵ ਜੀ ਆਏ, ਵੇਖਿਆ ਸਾਡੀ ਝੁੱਗੀ ਵੀ ਨਹੀਂ ਹੈ, ਕੁਝ ਵੀ ਨਹੀਂ, ਸ਼ਾਹੂਕਾਰ ਦੀ ਕੰਧ ਹੋਈ ਹੈ, ਉੱਥੇ ਮਕਾਨ ਬਣਿਆ ਹੈ। ਸ਼ਾਹੂਕਾਰ ਨੂੰ ਜਾ ਕੇ ਆਖਿਆ, ਕਹਿਣ ਲੱਗੇ, ਭਲਿਆ ਅਸੀਂ ਤੇਰਾ ਕੀ ਵਿਗਾੜਿਆ ਸੀ? ਸਾਡੀ ਤਾਂ ਕੁੱਖਾਂ ਦੀ ਕੁੱਲੀ ਸੀ, ਝੁੱਗੀ ਸੀ, ਉਹ ਵੀ ਤੂੰ ਢਾਹ ਦਿੱਤੀ। ਤੇ ਸ਼ਾਹੂਕਾਰ ਹੰਕਾਰਿਆ ਹੋਇਆ, ਧਨ ਦੌਲਤ ਦਾ ਹੰਕਾਰ ਕਰਨ ਵਾਲਾ, ਕਹਿਣ ਲੱਗਾ, ਜਾਂ ਤਾਂ ਮੇਰੇ ਕੋਲ ਪੈਸੇ ਲੈ ਲਾ, ਜਾਂ ਨਹੀਂ ਤੇ ਜਾ, ਜੋ ਕੁਝ ਕਰਨਾ ਤੂੰ ਕਰ ਲੈ। ਉੱਥੇ ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਿਆ, ਉਹਦੇ ਵਿੱਚ ਵੀ ਭਗਤ ਨਾਮਦੇਵ ਜੀ ਨੇ ਇਹ ਕਿਰਪਾ ਕਰ ਦਿੱਤੀ, ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਇੱਥੇ ਵੱਡੇ ਵੱਡੇ ਲੋਕ ਆਏ, ਰਾਜੇ ਮਹਾਰਾਜੇ ਆਏ, ਪਰ ਸਾਰਾ ਕੁਝ ਛੱਡ ਕਰਕੇ ਤੇ ਇੱਥੇ ਹੀ ਚਲੇ ਗਏ। ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਿਆ, ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਦਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਾਰ ਗਰਬ ਕਰਤ ਹੋ, ਬਿਨ ਸਜਾਏ ਝੂਠੀ ਸਭ ਦੇਹੀ, ਮੇਰੀ ਮੇਰੀ ਕੈਰੋ ਕਰਤੇ, ਦਰਜੋਦਨ ਸੇ ਭਾਈ, 12 जोजन 76 ਝੱਲੇ ਥਾ, देही गिरज न खाई, सर्ब सोइन की लंका होती, रावण से अदकाई, कहाँ भयो दर बांधे हाथी, खिन में भई पराई, दुर्भाषा सो करत ठगौरी, जादव ए फल पाए, कृपा करी जन अपने उपर, नाम दिओ हर गुण गाए। भगत नामदेव जी कहते इत्थे जिहड़े मेरी मेरी करते सी ना, वो भी इत्थे चल गया, जिन्हां दे 12-12 कोह तक, इस तरह जोजन तक गुरु प्यारी साध संगत जी जिन्हां दे सिर दे उत्ते छत्र झुलदे सन, अखीर जदों मौत दा समा आया ते उन्हां दे शरीरां नूं कावां कुत्तियां ने भी नहीं खाधा। भगत नामदेव जी कहंदे सारा कुछ मिथ्या है, इनू तू अपनी शाहूकार
ਆਪਣੀ ਜਾਇਦਾਦ ਬਣਾ ਕੇ ਬੈਠਾ ਹੈ। ਪਰ ਯਾਦ ਰੱਖ, ਅਵਰ ਸਗਲ ਮਿਥਿਆ ਇਹ ਜਾਣੋ, ਇਹ ਇਸੇ ਪ੍ਰਕਾਰ ਸਾਰਾ ਕੁਝ ਮਿਥਿਆ ਜਾਣਨਾ ਕਰ। ਰਾਜ ਭਾਗ ਮਿਥਿਆ ਹੈ, ਧਨ ਦੌਲਤ ਮਿਥਿਆ ਹੈ, ਸਰੀਰ ਮਿਥਿਆ ਹੈ, ਇਸ ਤੋਂ ਇਲਾਵਾ ਸਾਰਾ ਸੰਸਾਰ ਮਿਥਿਆ ਹੈ। ਇਹ ਕਿਸੇ ਨਾ ਕਿਸੇ ਹੱਦਬੰਦੀ ਦੇ ਵਿੱਚ ਹੈ। ਆਪਾਂ ਸਾਰੇ ਜਾਣਦੇ ਹਾਂ, ਸਾਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਜ਼ਰੂਰ ਹੈ। ਅਗਰ ਸੰਸਾਰ ਦਾ ਡਰ ਨਹੀਂ ਤੇ ਮੌਤ ਦਾ ਡਰ ਹੈ। ਮੌਤ ਦਾ ਡਰ ਵੀ ਨਹੀਂ ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਸਾਨੂੰ ਇਹੋ ਹੈ ਕਿ ਸੰਸਾਰ ਵਿੱਚ ਕਿਤੇ ਦੁੱਖ ਨਾ ਆ ਜਾਏ ਸਰੀਰ ਤੇ, ਸਾਨੂੰ ਉਹ ਵੀ ਡਰ ਹੈ। ਕਿਸੇ ਨਾ ਕਿਸੇ ਕਿਉਂ ਡਰ ਹੈ? ਕਿਉਂਕਿ ਅਸੀਂ ਕਿਸੇ ਦੇ ਹੁਕਮ ਦੇ ਅੰਦਰ, ਕਿਸੇ ਦੀ ਕਮਾਂਡ ਥੱਲੇ ਹਾਂ। ਸਾਡੀ ਡੋਰੀ ਕਿਸੇ ਹੋਰ ਨੇ ਫੜ ਕੇ ਰੱਖੀ ਹੋਈ ਹੈ, ਡੋਰ ਕਿਸੇ ਦੇ ਹੋਰ ਦੇ ਹੱਥ ਦੇ ਵਿੱਚ ਹੈ। ਡੋਰ ਹੋਣ ਕਰਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ, ਅਵਰ ਸਗਲ ਮਿਥਿਆ ਇਹ ਜਾਣੋ। ਭਾਈ ਆ ਸਾਰਾ ਕੁਝ ਸੰਸਾਰ ਜਿਹੜਾ ਹੈ, ਮਰਨ ਤੇ ਜੰਮਣ ਦਾ ਚੱਕਰ ਹੈ, ਇਹਨੂੰ ਇਸੇ ਪ੍ਰਕਾਰ ਮਿਥਿਆ ਜਾਣਨਾ ਕਰੋ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ, ਭਜਨ ਰਾਮ ਕੋ ਸਹੀ। ਕੀ ਕਰਨਾ ਚਾਹੀਦਾ ਹੈ ਕਿ ਇੱਕ ਅਕਾਲ ਦਾ ਭਜਨ, ਪਰਮਾਤਮਾ ਦਾ ਭਜਨ, ਜਿਹਨੇ ਪਰਮਾਤਮਾ ਨੇ ਸਾਡੇ ਉੱਤੇ ਏਡੇ ਵੱਡੇ ਪਾਰੇ ਉਪਕਾਰ ਕੀਤੇ ਨੇ। ਕਿੰਨੇ ਕੁ ਪਾਰੇ ਉਪਕਾਰ ਕੀਤੇ ਨੇ? ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਆਪਾਂ ਕਈ ਵਾਰੀ ਸ਼ਾਇਦ ਸ਼ਬਦ ਜ਼ਰੂਰ ਸੁਣਿਆ ਹੋਵੇਗਾ। ਉਹਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ, ਭਲਿਆ ਤੇਰੇ ਉੱਤੇ ਪਾਰ ਉਪਕਾਰ ਹੀ ਪਰਮਾਤਮਾ ਨੇ ਇੰਨੇ ਕਰ ਦਿੱਤੇ ਨੇ ਨਾ, ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੇ ਜਨਮ ਤੇ ਸਰੀਰ ਤੇ ਵੀ ਪਾਰ ਉਪਕਾਰ ਕੀਤੇ ਨੇ। ਭਾਈ ਗੁਰਦਾਸ ਜੀ ਕਹਿੰਦੇ, 84 ਲੱਖ ਜੂਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ, ਅੱਖੀਂ ਵੇਖਣ ਕਰਨ ਸੁਣਨ ਮੁਖ ਬੋਲਣ ਸੁਭ ਬਚਨ ਸਨੇਹੀ। ਆ ਤੇਰੇ ਤੇ ਭਲਿਆ ਇੰਨੇ ਪਾਰੇ ਉਪਕਾਰ ਕੀਤੇ, ਤੈਨੂੰ ਅੱਖਾਂ ਦਿੱਤੀਆਂ, ਨੱਕ ਦਿੱਤਾ, ਮੂੰਹ ਜ਼ਬਾਨ ਦਿੱਤੀ ਹੈ, ਕੰਨ ਦਿੱਤੇ ਨੇ। ਭਾਵੇਂ ਜਾਨਵਰਾਂ ਪਸ਼ੂ ਪੰਛੀਆਂ ਦੀਆਂ ਵੀ ਜ਼ਬਾਨਾਂ ਨੇ, ਪਰ ਜਿਹੜੀ ਜ਼ਬਾਨ ਦੇ ਤੈਨੂੰ ਦਿੱਤੀ ਹੈ, ਇਹ ਗੱਲ ਯਾਦ ਰੱਖ ਭਲਿਆ ਲੋਕਾ, ਕਿ ਉਹ ਜ਼ਬਾਨ ਦੇ ਨਾਲ ਤੂੰ ਆਪਣੀ ਮਰਜ਼ੀ ਨਾਲ ਬੋਲ ਸਕਦਾ ਹੈ। ਪਸ਼ੂ ਪੰਛੀ ਨਹੀਂ ਬੋਲ ਸਕਦੇ। ਕੰਨਾਂ ਨਾਲ ਮਰਜ਼ੀ ਨਾਲ ਸੁਣ ਸਕਦਾ ਹੈ, ਅੱਖਾਂ ਨਾਲ ਮਰਜ਼ੀ ਨਾਲ ਵੇਖ ਸਕਦਾ ਹੈ, ਨੱਕ ਦੇ ਨਾਲ ਤੂੰ ਆਪਣੀ ਮਰਜ਼ੀ ਦੀ ਨਾਲ ਸੁਗੰਧੀ ਲੈ ਸਕਦਾ ਹੈ। ਪਰ ਇਸ ਕਰਕੇ ਤੇਰੇ ਉੱਤੇ ਪਰਮਾਤਮਾ ਨੇ ਇੰਨੇ ਪਾਰੇ ਉਪਕਾਰ ਕੀਤੇ ਨੇ, ਤੈਨੂੰ ਇਹ ਚਾਹੀਦਾ ਸੀ ਕਿ ਇੱਕ ਉਸ ਅਕਾਲ ਪੁਰਖ ਨੇ ਜਿਨੇ ਪਾਰੇ ਉਪਕਾਰ ਕੀਤੇ ਨੇ, ਉਹਦੀ ਇਬਾਦਤ ਕਰਨੀ, ਉਹਦਾ ਸਿਮਰਨ ਕਰਨਾ, ਉਹਦਾ ਭਜਨ ਕਰਨਾ। ਕਿਉਂਕਿ ਐਸ ਸੰਸਾਰ ਦੇ ਵਿੱਚ ਭਜਨ ਬੰਦਗੀ ਕਰਨੀ ਸਹੀ ਹੈ, ਚੰਗੀ ਹੈ। ਜਿਹੜਾ ਐਸ ਕਲਯੁਗ ਦੇ ਵਿੱਚ ਪਾਰ ਉਤਾਰਾ ਹੋਣਾ ਹੈ ਨਾ, ਉਹ ਕਲਯੁਗ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਭਜਨ ਤੇ ਬੰਦਗੀ ਨਾ ਹੋਣਾ ਹੈ। ਇਸ ਸੰਸਾਰ ਤੋਂ ਅਸੀਂ ਪਾਰ ਲੰਘਣਾ ਹੈ। ਕਾਹਦੇ ਕਰਕੇ ਲੰਘਾਂਗੇ? ਆਪਾਂ ਆਮ ਪ੍ਰਤੱਖ ਦਰਿਆ ਤੋਂ ਪਾਰ ਲੰਘਣਾ ਹੋਵੇ ਤੇ ਪੈਦਲ ਨਹੀਂ ਲੰਘ ਸਕਦੇ। ਸਾਨੂੰ ਕੋਈ ਨਾ ਕੋਈ ਸਾਧਨ ਜ਼ਰੂਰ ਲੈਣਾ ਪਵੇਗਾ। ਬੇੜੀ ਲੈਣੀ ਪਵੇਗੀ, ਬੇੜਾ ਲੈਣਾ ਪਵੇਗਾ, ਜਹਾਜ਼ ਲੈਣਾ ਪਵੇਗਾ। ਸਮੁੰਦਰੋਂ ਪਾਰ ਹੋਣਾ ਹੋਵੇ ਤੇ ਤਾਂ ਵੀ ਜਹਾਜ਼ ਦੀ ਲੋੜ ਹੈ। ਇਸੇ ਤਰ੍ਹਾਂ ਅਸੀਂ ਸੰਸਾਰ ਸਾਗਰ ਤੋਂ ਪਾਰ ਲੰਘਣਾ ਹੈ, ਇਹਦੇ ਵਾਸਤੇ ਸਾਨੂੰ ਨਾਮ ਰੂਪੀ ਬੇੜੇ ਦੀ ਲੋੜ ਹੈ। ਫੇਰ ਅਸੀਂ ਪਾਰ ਲੰਘਾਂਗੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਜਨ ਰਾਮ ਕੋ ਸਹੀ। ਉਸ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਸਿਮਰਨ ਕਰਨਾ ਸੀ, ਪਰ ਸਾਰਾ ਕੁਝ ਛੱਡ ਕਰਕੇ ਤੇ ਇਸੇ ਪ੍ਰਕਾਰ ਇਸ ਦੁਨਿਆਵੀ ਧੰਦਿਆਂ ਦੇ ਵਿੱਚ ਜੁੜ ਕਰਕੇ, ਕਰਮਾਂ ਕਾਂਡਾਂ ਦੇ ਵਿੱਚ ਜੁੜ ਕਰਕੇ, ਵਹਿਮਾਂ ਭਰਮਾਂ ਦੇ ਵਿੱਚ ਪੈ ਕਰਕੇ ਤੇ ਆਪਣੀ ਜ਼ਿੰਦਗੀ ਦਾ ਸਮਾਂ ਜਿਹੜਾ ਏ ਅਜਾਈ ਗਵਾ ਲਿਆ ਹੈ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ। ਫਿਰਦਿਆਂ ਫਿਰਦਿਆਂ ਹੁਣ ਕਿਹੜੇ ਯੁੱਗਾਂ ਵਿੱਚ ਫਿਰੇ ਆ, ਕਿੱਥੇ ਕਿੱਥੇ ਫਿਰੇ ਆ। ਸਤਿਗੁਰੂ ਪਾਤਸ਼ਾਹ ਜੀ ਦੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਬਚਨ ਹੈ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰਿਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਕਹਿੰਦੇ ਪਤਾ ਨਹੀਂ ਕਿੰਨੇ ਜਨਮਾਂ ਜਨਮਾਂਤਰਾਂ ਦੇ ਵਿੱਚ ਧੱਕੇ ਖਾ ਕਰਕੇ
ਆ ਜਿਹੜੀ ਮਨੁੱਖਾ ਦੇਹੀ ਮਿਲੀ ਹੈ। ਵੈਸੇ ਤਾਂ ਆਪਾਂ ਸੁਣਦੇ ਹਾਂ ਨਾ ਕਿ 84 ਲੱਖ ਜੂਨਾਂ ਤੋਂ ਬਾਅਦ ਆ ਦੇਹੀ ਮਿਲੀ ਹੈ। ਗੁਰੂ ਪਿਆਰਿਓ ਕਦੋਂ ਵੀ ਹੋਵੇ, ਪਰ ਜਨਮ ਪਤਾ ਨਹੀਂ ਕਿੰਨੇ ਕੁ ਧੱਕੇ ਖਾਦੇ ਨੇ, ਤੇ ਸਾਰੇ 84 ਲੱਖ ਜੂਨ ਦਾ ਸਰਦਾਰ ਮਨੁੱਖ ਨੂੰ ਕਿਹਾ ਗਿਆ ਹੈ। ਅਗਰ ਜੇ ਸਰਦਾਰ ਬਣ ਕੇ ਵੀ ਮਨੁੱਖ ਨੇ ਸਰਦਾਰੀ ਨਾ ਸਾਂਭੀ ਜਾਂ ਸਰਦਾਰੀ ਨਾ ਕੀਤੀ, ਤੇ ਗੁਰੂ ਪਿਆਰਿਓ ਸਰਦਾਰੀ ਮਿਲਣ ਦਾ ਫਾਇਦਾ ਹੀ ਕੋਈ ਨਹੀਂ, ਫੇਰ ਤਾਂ ਚਲੇ ਜਾਵੇਗਾ। ਸੁੰਨੇ ਘਰ ਕਾ ਪਹੁਣਾ ਜਿਉਂ ਆਇਆ ਤਿਉਂ ਜਾਏ। ਜਿਵੇਂ ਸੁੰਨੇ ਘਰ ਦੇ ਵਿੱਚ ਪ੍ਰਾਹੁਣਾ ਆਉਂਦਾ ਹੈ ਨਾ, ਆ ਕੇ ਦਰਵਾਜ਼ਾ ਖੜਕਾਉਂਦਾ, ਘਰ ਦੇ ਵਿੱਚ ਕੋਈ ਨਹੀਂ ਹੁੰਦਾ, ਤੇ ਉਹ ਸੁੰਨੇ ਘਰ ਦੇ ਵਿੱਚੋਂ, ਖਾਲੀ ਘਰ ਦੇ ਵਿੱਚੋਂ ਜਦੋਂ ਕੋਈ ਰਿਸ਼ਤੇਦਾਰ ਨਹੀਂ ਮਿਲਦਾ, ਫਿਰ ਜਿਹੜੇ ਪੈਰੀਂ ਆਉਣਾ ਪੈਂਦਾ ਉਸੇ ਜਾਣਾ ਪੈਂਦਾ ਉਹਨੂੰ। ਬਸ ਅਸੀਂ ਜੇਕਰ ਪ੍ਰਮਾਤਮਾ ਦੇ ਭਜਨ ਬੰਦਗੀ ਉਹਦੀ ਨਾ ਕੀਤੀ, ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਅਜਾਈ ਚਲਾ ਜਾਵੇਗਾ ਜਿਵੇਂ ਸੁੰਨੇ ਘਰ ਦਾ ਪ੍ਰਾਹੁਣਾ ਆਉਂਦਾ ਹੈ। ਫਿਰਤ ਫਿਰਤ ਬਹੁਤੇ ਜੁਗ ਹਾਰਿਓ। ਭਾਈ ਬੜੇ ਜੁਗਾਂ ਜੁਗਾਂਤਰਾਂ ਤੱਕ, ਪਤਾ ਨਹੀਂ ਕਿੰਨੇ ਕਿੰਨੇ ਸਾਲ, ਹਜ਼ਾਰਾਂ ਲੱਖਾਂ ਜੁਗਾਂ ਅਸੀਂ ਇਸੇ ਪ੍ਰਕਾਰ ਉਸ ਪ੍ਰਮਾਤਮਾ ਦੇ ਦਿੱਤੀਆਂ ਹੋਈਆਂ ਜੂਨਾਂ ਦੇ ਵਿੱਚੋਂ ਫਿਰ ਕਰਕੇ, ਤੇ ਫਿਰ ਅਸੀਂ ਆ ਮਨੁੱਖਾ ਦੇਹੀ ਵਿੱਚ ਆਏ ਆ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਮਾਨਸ ਦੇਹ ਲਹੀ, ਆ ਮਨੁੱਖਾ ਦੇਹ ਲਈ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹੋ ਵਾਰੀ ਹੈ ਨਾ, ਪਰ ਕਾਰਨ ਕੀ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਆ ਦੁਨੀਆ ਦੇ ਕੰਮ ਧੰਦੇ, ਕਿਤੇ ਠੱਗੀ, ਕਿਤੇ ਚੋਰੀ, ਕਿਤੇ ਬੇਈਮਾਨੀ, ਇਹ ਕੰਮ ਜਿਹੜੇ ਮਾੜੇ ਕਰਮ ਨੇ ਤੇਰੇ ਕਿਸੇ ਕੰਮ ਨਹੀਂ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਤੇ ਸਤਿਗੁਰੂ ਫਿਰ ਕਰੀਏ ਕੀ? ਤੁਸੀਂ ਕਿਰਪਾ ਕਰਕੇ ਦੱਸ ਦਿਓ। ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਕੇਵਲ ਤਾਂ ਕੇਵਲ ਗੁਰੂ ਕੀ ਸੰਗਤ ਵਿੱਚ ਬੈਠ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਭਜਨ ਤੇ ਬੰਦਗੀ ਕਰ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਮਨੁੱਖਾ ਦੇਹੀ ਬੜੇ ਜੁਗਾਂ ਤੱਕ ਧੱਕੇ ਖਾ ਖਾ ਕਰਕੇ ਇਹ ਪ੍ਰਾਪਤ ਹੋਈ ਹੈ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਕਿ ਭਾਈ ਆ ਤੇਰੀ ਅਕਾਲ ਪਰਮਾਤਮਾ ਦੇ ਨਾਲ ਮਿਲਣ ਦੀ ਵਾਰੀ ਹੈ। ਇਹੋ ਹੀ ਕਿਉਂ? ਕਿਉਂਕਿ ਆਪਣੇ ਸਮੇਂ ਦੇ ਮੁਤਾਬਕ ਗੁਰੂ ਪਿਆਰੀ ਸਾਧ ਸੰਗਤ ਜੀ, ਮਨੁੱਖਾ ਦੇਹੀ ਵਿੱਚ ਵੀ ਕਾਲ ਆਵੇਗਾ, ਜਦੋਂ ਸਵਾਸ ਮੁੱਕ ਗਏ ਤੇ ਚਲੇ ਜਾਵਾਂਗੇ। ਇਸ ਤੋਂ ਪਹਿਲਾਂ ਜਿਹੜੇ ਅਸੀਂ ਜੂਨਾਂ ਵਿੱਚ ਧੱਕੇ ਖਾਦੇ ਨੇ, ਉਹ ਵੀ ਸਾਡੇ ਤੇ ਕਾਲ ਆਇਆ ਜੂਨਾਂ ਭੋਗ ਕਰਕੇ, ਤੇ ਸਾਨੂੰ ਇਸ ਸੰਸਾਰ ਨੂੰ ਅਲਵਿਦਾ ਕਹਿਣਾ ਪਿਆ। ਗੁਰੂ ਦਸਮ ਪਾਤਸ਼ਾਹ ਮਹਾਰਾਜ ਚੌਪਈ ਸਾਹਿਬ ਦੇ ਵਿੱਚ ਬੜਾ ਸੋਹਣਾ ਬਚਨ ਲਿਖਦੇ ਨੇ, ਕਹਿੰਦੇ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਾਰਿਆਂ ਨੇ ਕਾਲ ਪਾਇਆ ਹੈ। ਕਾਲ ਪਾਉਣ ਦੇ ਵਿੱਚ, ਕਾਲ ਦੇ ਵਿੱਚ ਸਾਰੇ ਨੇ, ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਕਾਲ ਤਾਂ ਆਪਣੇ ਸਮੇਂ ਮੁਤਾਬਕ ਆਵੇਗਾ, ਪਰ ਇੱਕ ਗੱਲ ਯਾਦ ਰੱਖ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨ ਤੇ ਉਹਦੇ ਨਾਲ ਮਿਲਣ ਦੀ ਆ ਇੱਕੋ ਵਾਰੀ ਹੈ। ਕਿਹੜੀ? ਜਿਹੜੀ ਆ ਮਨੁੱਖਾ ਜਨਮ ਦੀ ਹੈ। ਜਿਹੜਾ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ ਨਾ, ਇਹ ਇੱਕ ਵਾਰੀ ਹੈ। ਇਹਦੇ ਤੋਂ ਅਗਾਂਹ ਪਤਾ ਨਹੀਂ ਅਸੀਂ ਕਿਹੜੇ ਪਾਸੇ ਨੂੰ ਜਾਣਾ ਹੈ, ਕੀ ਹੋਵੇਗਾ, ਕਿਹੜੇ ਪਾਸੇ ਜਾਵਾਂਗੇ, ਇਹਦਾ ਸਾਨੂੰ ਨਹੀਂ ਪਤਾ। ਕਿਉਂ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੇ ਆਪਣਾ, ਦੋਸ਼ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਜੋ ਮੈਂ ਕੀਤਾ ਹੈ ਉਹ ਮੈਨੂੰ ਪਾਉਣਾ ਪਵੇਗਾ, ਝੋਲੀਆਂ ਭਰ ਕੇ ਇੱਥੋਂ ਲੈ ਕੇ ਜਾਣਾ ਪਵੇਗਾ, ਤੇ ਫੇਰ ਪਤਾ ਨਹੀਂਗਾ ਉਹਨਾਂ ਕਰਮਾਂ ਦੇ ਮੁਤਾਬਕ ਅੱਗੇ ਰੱਬ ਦੀ ਦਰਗਾਹ ਵਿੱਚ ਕੀ ਹੋਣਾ ਹੈ। ਜਿਨ੍ਹਾਂ ਤੇ ਚੰਗੇ ਕਰਮ ਕੀਤੇ, ਸਿਮਰਨ ਭਜਨ ਬੰਦਗੀ ਕੀਤੀ, ਉਹਦਾ ਤੇ ਅਦਬ ਸਤਕਾਰ ਹੋਵੇਗਾ, ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵੇਗਾ। ਰੇ ਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸੁਭ ਦੇਉ, ਆਪ ਪ੍ਰਾਪਤੀ ਹੋ ਜਾਵੇਗੀ। ਤੇ ਗੁਰੂ ਪਿਆਰਿਓ, ਜਿਨ੍ਹਾਂ ਭਜਨ ਬੰਦਗੀ ਇਹਦੇ ਵਿੱਚ ਸਿਮਰਨ ਭਜਨ ਦੀ ਕਮਾਈ ਮਨੁੱਖਾ ਜਨਮ ਦੇ ਵਿੱਚ ਨਾ ਕੀਤੀ, ਉਹ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਧੱਕੇ ਖਾਂਦਾ ਫਿਰੇਗਾ, ਪਤਾ ਨਹੀਂ ਕਿਹੜੇ ਪਾਸੇ ਕਿੰਨੀਆਂ ਜੂਨਾਂ ਦੇ ਵਿੱਚ ਫੇਰ ਦੁਬਾਰਾ ਪੈਣਾ ਪਵੇਗਾ।
ਇਸ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਕਿ ਹੇ ਭਾਈ, ਇੱਕ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਵਾਸਤੇ ਆਹ ਵਾਰੀ ਹੈ, ਮਨੁੱਖਾ ਜਨਮ ਹੈ ਜਿਹਦੇ ਵਿੱਚ ਤੂੰ ਰੱਬ ਨੂੰ ਪਰਮਾਤਮਾ ਨੂੰ ਮਿਲ ਸਕਦਾ ਹੈ। ਅਗਰ ਇਹਦੇ ਤੋਂ ਇਲਾਵਾ ਤੇਰੇ ਕੋਲੋਂ ਕਦੀ ਰੱਬ ਨੂੰ ਨਹੀਂ ਮਿਲਿਆ ਜਾਵੇਗਾ। ਤੇ ਇਸ ਕਰਕੇ ਆਹ ਮਾਨਸ ਦੇਹ ਜਿਹੜੀ ਹੈ ਇਹੋ ਮਨੁੱਖਾ ਦੇ ਹੀ ਪਰਮਾਤਮਾ ਦੇ ਨਾਲ ਮਿਲਾ ਸਕਦੀ ਹੈ। ਇਹ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪ੍ਰਾਪਤ ਹੋਇਆ ਸੀ। ਇਸ ਤੋਂ ਅੱਗੇ ਕੁਝ ਮਿੰਟ ਬਾਕੀ ਨੇ, ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਲੜੀਵਾਰ ਕਥਾ ਚੱਲਦੀ ਹੈ। ਆਓ ਉਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰਨ ਤੇ ਸੁਣਨ ਦਾ ਯਤਨ ਕਰੀਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਤੋਂ ਉਪਰੰਤ ਇਹ ਜਿਹੜੀ ਭਗਤ ਬਾਣੀ ਹੈ, ਗੁਰੂ ਪਿਆਰੀ ਸਾਧ ਸੰਗਤ ਜੀ, ਰਾਮਕਲੀ ਰਾਗ ਦੀ ਇਹ ਭਗਤ ਬਾਣੀ ਹੈ। ਰਾਮਕਲੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 970 ਉੱਤੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਇਹ ਜਿਹੜਾ ਪਵਿੱਤਰ ਸ਼ਬਦ ਹੈ ਭਗਤ ਜੀ ਨੇ ਉਚਾਰਿਆ ਹੈ। ਭਗਤ ਕਬੀਰ ਜੀ ਦੇ ਕੋਲ ਇੱਕ ਪੰਡਤ ਆਇਆ, ਗਿਆਨੀ ਆਇਆ, ਗਿਆਨਵਾਨ ਆਇਆ। ਉਹਨੇ ਪੰਡਤ ਨੇ ਆ ਕਰਕੇ ਭਗਤ ਕਬੀਰ ਜੀ ਨੂੰ ਕਹਿਣ ਲੱਗਾ ਕਿ ਭਗਤ ਜੀ, ਤੁਸੀਂ ਸਾਰਿਆਂ ਦੀ ਮੱਤਾਂ ਨੂੰ ਖੰਡਨ ਕਰੀ ਜਾਂਦੇ ਜੇ, ਤੇ ਤੁਸੀਂ ਇਹਨਾਂ ਨੂੰ ਇੱਕ ਨੂੰ ਛੱਡ ਦਿਓ ਤੇ ਤੁਸੀਂ ਸਾਡੇ ਮੱਤ ਦੇ ਧਾਰਨੀ ਹੋ ਜਾਵੋ। ਤੁਸੀਂ ਇਸੇ ਤਰ੍ਹਾਂ ਉਹ ਸਾਡੇ ਮੱਤ ਦੇ ਧਾਰਨੀ ਹੋ ਕਰਕੇ ਤੁਸੀਂ ਉਹਦੀ ਉਪਾਸਨਾ ਕਰੋ। ਤੇ ਉਹ ਭਗਤ ਕਬੀਰ ਜੀ ਨੇ ਉਸ ਨੂੰ ਸਮਝਾਉਂਦਿਆਂ ਹੋਇਆਂ ਇਹ ਪਵਿੱਤਰ ਸ਼ਬਦ ਜਿਹੜਾ ਉਚਾਰਨ ਕੀਤਾ। ਕੀ ਭਗਤ ਕਬੀਰ ਜੀ ਕਿਰਪਾ ਕਰਦੇ ਹਨ? ਜਿਹ ਮੁਖ ਵੇਦ ਗਾਇਤਰੀ ਨਿਕਸੈ, ਸੋ ਕਿਉ ਬ੍ਰਾਹਮਣ ਬਿਸਰ ਕਰੈ। ਭਗਤ ਕਬੀਰ ਜੀ ਇਹ ਗੱਲ ਕਹਿੰਦੇ ਨੇ ਕਿ ਭਲਿਆ ਪੰਡਤ ਜੀ, ਬ੍ਰਾਹਮਣ ਜੀ, ਜਿਸ ਮੁਖ ਦੇ ਨਾਲ ਆਪਣੇ ਧਰਮ ਦੇ ਮੁਤਾਬਕ ਗੀਤਾ ਦਾ ਤੂੰ ਪਾਠ ਕਰਦਾ ਹੈ, ਜਿੰਨਾ ਚਿਰ ਤੱਕ ਉਹ ਅਕਾਲ ਪੁਰਖ ਇਸ ਜ਼ਬਾਨ ਨੂੰ ਨਹੀਂ ਚਲਾਉਂਦਾ, ਉਹਨਾਂ ਚਿਰ ਤੱਕ ਤੇਰੇ ਕੋ ਗਾਇਤਰੀ ਨਹੀਂ ਪੜੀ ਜਾਵੇਗੀ। ਗਾਇਤਰੀ ਮੰਤਰ ਉਹਨਾਂ ਦਾ ਮੰਤਰ ਹੈ ਜਿਹਦਾ ਉਹ ਸਿਮਰਨ ਭਜਨ ਕਰਦੇ ਨੇ। ਕਹਿੰਦੇ ਉਹਨਾਂ ਚਿਰ ਤੱਕ ਗਾਇਤਰੀ ਨਹੀਂ ਪੜੀ ਜਾਵੇਗੀ ਜਿੰਨਾ ਚਿਰ ਤੱਕ ਅਕਾਲ ਤੇਰੀ ਜ਼ਬਾਨ ਨਹੀਂ ਚਲਾਉਂਦਾ। ਤੇਰੀ ਅਕਾਲ ਨੇ ਜ਼ਬਾਨ ਚਲਾਈ ਹੈ ਤੇ ਤੂੰ ਗਾਇਤਰੀ ਮੰਤਰ ਪੜਦਾ ਹੈ। ਇਸ ਕਰਕੇ ਜਿਹਦੀ ਕਿਰਪਾ ਦੇ ਨਾਲ, ਜਿਹਦੀ ਬਖਸ਼ਿਸ਼ ਦੇ ਨਾਲ ਤੂੰ ਭਾਈ ਉਸ ਗਾਇਤਰੀ ਮੰਤਰ ਨੂੰ ਪੜਦਾ ਹੈ, ਜ਼ਬਾਨ ਨੂੰ ਪੜਦਾ ਹੈ, ਹੇ ਭਲਿਆ ਯਾਦ ਰੱਖ, ਉਸ ਅਕਾਲ ਪਰਮਾਤਮਾ ਨੂੰ ਵਿਸਾਰਿਆ ਕਿਉਂ ਹੀ, ਜਿਨੇ ਤੇਰੇ ਤੇ ਇੰਨੀ ਕਿਰਪਾ ਕੀਤੀ, ਜਿੰਨਾ ਕਿ ਤੈਨੂੰ ਧਰਮ ਦੇ ਮੁਤਾਬਕ ਗਿਆਨ ਹੈ। ਇਹ ਗਿਆਨ ਦੇਣ ਵਾਲਾ ਵੀ ਵਾਹਿਗੁਰੂ ਹੈ। ਜਿਹਦੀ ਕਿਰਪਾ ਦੇ ਨਾਲ ਤੂੰ ਗਿਆਨ ਲਿਆ ਹੈ, ਜਿਹਦੀ ਕਿਰਪਾ ਦੇ ਨਾਲ ਤੈਨੂੰ ਇਹ ਸਾਰਾ ਕੁਝ ਮਿਲਿਆ ਹੈ। ਭਗਤ ਕਬੀਰ ਜੀ ਕਹਿਣ ਲੱਗੇ, ਪੰਡਤ ਜੀ, ਬ੍ਰਾਹਮਣ ਜੀ, ਉਸ ਅਕਾਲ ਪੁਰਖ ਪਰਮਾਤਮਾ ਨੂੰ ਕਿਉਂ ਵਿਸਾਰਿਆ ਹੈ? ਜਾ ਕੈ ਪਾਏ ਜਗਤ ਸਭ ਲਾਗੈ, ਸੋ ਕਿਉ ਪੰਡਿਤ ਹਰ ਨਾ ਕਹੈ। ਜਿਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਾਰਾ ਸੰਸਾਰ ਝੁਕਦਾ ਹੈ, ਸਾਰਾ ਸੰਸਾਰ ਮੱਥਾ ਟੇਕਦਾ, ਜਿਹਦਾ ਆਸਰਾ ਸਾਰਾ ਤੱਕਦਾ ਹੈ, ਭਾਵੇਂ ਕੋਈ ਘਰ ਵਿੱਚ ਬੈਠਾ ਹੈ, ਭਾਵੇਂ ਬਾਹਰ ਬੈਠਾ ਹੈ, ਕਿਤੇ ਵੀ ਬੈਠਾ ਹੈ, ਜਦੋਂ ਗੁਰੂ ਪਿਆਰੀ ਸਾਧ ਸੰਗਤ ਜੀ ਕੋਈ ਆਸਰਾ ਨਹੀਂ ਨਾ ਮਿਲਦਾ, ਉਦੋਂ ਇੱਕ ਪਰਮਾਤਮਾ ਦਾ, ਅਕਾਲ ਦਾ ਮਨੁੱਖ ਆਸਰਾ ਲੈਂਦਾ ਹੈ। ਗੁਰੂ ਤੇ ਵਾਹਿਗੁਰੂ ਭਗਤ ਕਬੀਰ ਜੀ ਕਹਿੰਦੇ ਨੇ, ਜਾ ਕੇ ਪਾਏ ਜਗਤ ਸਭ ਲਾਗੈ। ਜਿਹਦੇ ਚਰਨਾਂ, ਜਿਸ ਪਰਮਾਤਮਾ ਦੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਰਾ ਸੰਸਾਰ ਝੁਕਦਾ ਹੈ, ਸੋ ਕਿਉ ਪੰਡਤ ਹਰ ਨਾ ਕਹੇ। ਉਸ ਹੇ ਪੰਡਤ ਜੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ, ਹਰੀ ਨੂੰ ਚੇਤੇ ਕਿਉਂ ਨਹੀਂ ਕਰਦਾ? ਉਹਨੂੰ ਹਰ ਹਰ ਕਿਉਂ ਨਹੀਂ ਕਰਦਾ? ਕਾਹੇ ਮੇਰੇ ਬਾਮਣ ਹਰ ਨਾ ਕਹੇ। ਹੇ ਮੇਰੇ ਸਤਿਕਾਰਯੋਗ ਪੰਡਤ ਜੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਰੀ ਹਰੀ, ਇਸੇ ਪ੍ਰਕਾਰ ਹਰੇ ਰਾਮ ਤੂੰ ਕਿਉਂ ਨਹੀਂ ਕਹਿੰਦਾ? ਜਿਹਨਾਂ ਅਸਲੀ ਜਿਹੜੇ ਮੁੱਢ ਦੇ ਆਲੇ ਪਾਸੇ ਹੈ, ਉਸ ਪਾਸੇ ਨੂੰ ਧਿਆਨ ਗਿਆਨ ਨਹੀਂ ਲੈਂਦਾ। ਰਾਮ ਨਾ ਬੋਲੇ ਪਾਂਡੇ ਦੋਜਕ ਭਰੇ। ਅਗਰ ਜੇ ਰਾਮ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਨਾ ਕੀਤਾ ਪੰਡਤ ਜੀ, ਫਿਰ ਯਾਦ ਰੱਖੀ, ਜਿਹੜਾ ਸਿਮਰਨ ਭਜਨ ਨਹੀਂ ਕਰਦਾ ਉਹ ਦੋਜਕਾਂ ਦੇ ਵਿੱਚ ਪੈਂਦਾ ਹੈ। ਉਹ ਇਸੇ ਤਰ੍ਹਾਂ ਸੰਸਾਰ ਸਾਗਰ ਤੋਂ ਡੁੱਬ ਕਰਕੇ ਇੱਥੋਂ ਨਿਕਲਿਆ ਨਹੀਂ ਜਾਂਦਾ।
ਤੇ ਉਹ ਇਸ ਤਰ੍ਹਾਂ ਦੋਜਕਾਂ ਦੇ ਵਿੱਚ ਪੈਂਦਾ ਹੈ। ਰਹਾਉ ਵਿਸ਼ਰਾਮ ਦੇ ਕਰਕੇ ਭਗਤ ਜੀ ਅੱਗੇ ਕਿਰਪਾ ਕਰਦੇ ਨੇ। ਆਪਨ ਊਚ ਨੀਚ ਕਰ ਭੋਜਨ, ਹਠੇ ਕਰਮ ਕਰ ਉਦਰ ਭਰਹਿ। ਪੰਡਤ ਜੀ ਤੁਸੀਂ ਬੜੇ ਜ਼ਿਆਦੇ ਬਹਾਨੇ ਮਾਰਦੇ ਜੇ, ਬੜੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦੇ ਨੇ। ਗੁਰਮੁਖੋ ਅੱਜ ਸਿੱਖਾਂ ਵਿੱਚ ਵੀ ਏਡਾ ਵੱਡਾ ਭਰਮ ਹੈ ਨਾ, ਸਾਨੂੰ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਭਰਮ ਦਿਖਾਈ ਦਿੰਦਾ ਹੈ। ਅੱਜ ਸਿੱਖ ਗੁਰਬਾਣੀ ਨੂੰ ਪੜ੍ਹਨ ਲੱਗਿਆਂ, ਸੁਣਨ ਲੱਗਿਆਂ, ਵਿਚਾਰਨ ਲੱਗਿਆਂ, ਆਸਰਾ ਲੈਣ ਲੱਗਾ ਵੀ ਸੋਚਦਾ ਹੈ ਕਿ ਕਿਤੇ ਉੱਥੇ ਵੀ ਜਾ ਕਰਕੇ ਸਿੱਖ ਭਰਮ ਕਰੀ ਜਾਂਦਾ ਹੈ। ਸੁਖਮਣੀ ਸਾਹਿਬ ਦੀ ਪਾਵਨ ਬਾਣੀ ਕਦੋਂ ਪੜ੍ਹੀਏ? 5 ਬਾਣੀਆਂ ਦਾ ਨਿਤਨੇਮ ਕਰਕੇ ਹੋਰ ਕੀ ਪੜ੍ਹੀਏ? ਰਹਿ ਰਾਸ ਕਿਹੜੇ ਵੇਲੇ ਕਰਨੀ ਹੈ? ਗੁਰਦੁਆਰੇ ਜਾ ਕੇ ਕੀ ਕਰਨਾ ਹੈ? ਸੇਵਾ ਪ੍ਰਵਾਨ ਹੋਵੇਗੀ ਕਿ ਨਹੀਂ ਹੋਵੇਗੀ? ਅੱਜ ਗੁਰੂ ਦੇ ਸਿੱਖ ਦੇ ਅੰਦਰ, ਗੁਰੂ ਪਿਆਰਿਓ, ਪਖੰਡੀਆਂ ਦੇ ਦਿੱਤੇ ਹੋਏ ਭਰਮ ਜਿਹੜੇ ਨੇ ਅੱਜ ਗੁਰੂ ਦੇ ਸਿੱਖ ਨੂੰ ਗੁਰਬਾਣੀ ਤੋਂ ਦੂਰ ਲਈ ਜਾਂਦੇ ਨੇ। ਅੱਜ ਅਸੀਂ ਇੱਥੋਂ ਤੱਕ ਵੀ ਕਹਿੰਦੇ ਆ ਕਿ ਸ੍ਰੀ ਹਰਿਮੰਦਰ ਸਾਹਿਬ ਜਾਂ ਹੋਰ ਗੁਰੂ ਘਰਾਂ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਕੀ ਫਾਇਦਾ ਹੈ? ਗੁਰੂ ਪਿਆਰਿਓ, ਜਿਸ ਸਰੋਵਰ, ਜਿਸ ਗੁਰੂ ਰਾਮਦਾਸ ਦੇ ਘਰ ਅਥਵਾ ਗੁਰੂ ਕੇ ਘਰਾਂ ਨੂੰ, ਗੁਰਦੁਆਰਿਆਂ ਨੂੰ ਪਵਿੱਤਰ ਗੁਰਬਾਣੀ ਦੇ ਵਿੱਚ ਕਈ ਥਾਵਾਂ ਤੇ ਉੱਚਤ ਵੱਡਾ ਕਿਹਾ ਹੈ, ਜਿਹੜੀ ਇਸ਼ਨਾਨ ਕਰਨ ਦੇ ਨਾਲ ਸਾਡੇ ਤਨ ਮਨ ਧਨ ਦੇ ਸਾਰੇ ਗੁਰੂ ਪਿਆਰਿਓ ਰੋਗ ਮਿਟ ਜਾਂਦੇ ਨੇ। ਅੱਜ ਗੁਰੂ ਦਾ ਸਿੱਖ ਉਸ ਵਹਿਮ ਭਰਮ ਦੇ ਵਿੱਚ ਪੈ ਗਿਆ ਹੈ। ਗੁਰਮੁਖੋ, ਗੁਰੂ ਘਰ ਵਿੱਚ ਆਓ, ਵਹਿਮ ਭਰਮ ਨਹੀਂ। ਜੇ ਵਹਿਮ ਭਰਮ ਲਿਆਉਣਾ ਤੇ ਗੁਰੂ ਘਰ ਵਿੱਚ ਆਉਣ ਦਾ ਫਾਇਦਾ ਕੋਈ ਨਹੀਂ। ਵਹਿਮ ਭਰਮ ਅਸੀਂ ਪਿੱਛੇ ਛੱਡ ਕੇ ਆਉਣਾ ਹੈ। ਆਪਾਂ ਕਦੀ ਵੇਖਿਆ ਗੁਰਦੁਆਰੇ ਵਿੱਚ ਜੁੱਤੀ ਨਹੀਂ ਲੈ ਕੇ ਆਉਂਦੇ ਕਦੀ? ਇਸੇ ਤਰ੍ਹਾਂ ਜੁੱਤੀ ਦੇ ਨਾਲ ਹੀ ਵਹਿਮ ਭਰਮ ਛੱਡ ਆਇਆ ਕਰੋ, ਕਿਤੇ ਭੱਜ ਕੇ ਦੂਰ ਚਲੇ ਜਾਣਗੇ। ਗੁਰੂ ਘਰ ਵਿੱਚ ਆਉਣਾ ਤੇ ਇਹਨਾਂ ਤੋਂ ਮੁਕਤ ਹੋ ਕੇ ਆਉਣਾ ਹੈ। ਭਗਤ ਕਬੀਰ ਜੀ ਇਹ ਗੱਲ ਕਿਰਪਾ ਕਰਦੇ ਨੇ, ਕਹਿੰਦੇ ਆਪਨ ਊਚ ਨੀਚ ਘਰ ਭੋਜਨ। ਪੰਡਤ ਜੀ ਤੁਸੀਂ ਲੋਕਾਂ ਨੂੰ ਵਹਿਮ ਭਰਮ ਪਾ ਕਰਕੇ ਤੇ ਇਸੇ ਪ੍ਰਕਾਰ ਉੱਚਿਆਂ ਤੇ ਨੀਵਿਆਂ ਦੇ ਘਰਾਂ ਦੇ ਵਿੱਚ ਜਾ ਕਰਕੇ ਪ੍ਰਸ਼ਾਦਾ ਪਾਣੀ ਕਰਦੇ ਜੇ, ਹੱਠ ਕਰਦੇ ਜੇ ਤੇ ਆਪਣਾ ਢਿੱਡ ਭਰਦੇ ਜੇ। ਕਦੀ ਕਹਿੰਦੇ 14 ਦਾ ਭੋਜਨ, ਕਦੀ ਕਹਿੰਦੇ ਸਰਾਧਾਂ ਦਾ ਭੋਜਨ, ਕਦੀ ਕਹਿੰਦੇ ਮੱਸਿਆ ਦਾ ਭੋਜਨ, ਕਦੀ ਕਹਿੰਦੇ ਮਰਨ ਦਾ ਭੋਜਨ, ਕਦੀ ਕਹਿੰਦੇ ਜਨਮ ਦਾ ਭੋਜਨ। ਇਹ ਕਰਕੇ ਪਖੰਡ ਕਰਕੇ ਤੇ ਤੁਸੀਂ ਇਸੇ ਪ੍ਰਕਾਰ ਲੋਕਾਂ ਦੇ ਘਰਾਂ ਦੇ ਵਿੱਚੋਂ ਆਪਣਾ ਢਿੱਡ ਭਰਦੇ ਜੇ। ਆ ਬੰਦਾ ਚੜ੍ਹਾਈ ਕਰ ਜਾਵੇ ਨਾ, ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਨੇ ਉਹ ਕਹਿੰਦੀਆਂ ਹਰ ਮੱਸਿਆ ਜਾਂ ਸੰਗਰਾਂਦ ਤੇ ਅਸੀਂ ਜਿਹੜਾ ਚਲਾ ਗਿਆ ਉਹਦਾ ਪ੍ਰਸ਼ਾਦਾ ਛਕਾਉਣਾ ਹੈ, ਗੁਰੂ ਘਰ ਦੇ ਗ੍ਰੰਥੀ ਨੂੰ ਛਕਾਉਣਾ ਹੈ ਜਾਂ ਫਲਾਣੇ ਨੂੰ ਛਕਾਉਣਾ ਹੈ। ਗੁਰਮੁਖੋ, ਗੁਰੂ ਘਰ ਦਾ ਗ੍ਰੰਥੀ ਠੀਕ ਹੈ, ਸਤਿਕਾਰਯੋਗ ਹੈ, ਪਰ ਇਹਦਾ ਮਤਲਬ ਇਹ ਆ ਵੀ ਅਜੇ ਤੱਕ ਸਾਡਾ ਘਰ ਦਾ ਮੈਂਬਰ ਜਿਹੜਾ ਗਿਆ ਏ ਉਹ ਮੁਕਤ ਨਹੀਂ ਹੋਇਆ ਤੇ ਉਹ ਗੁਰੂ ਘਰ ਦੇ ਗ੍ਰੰਥੀ ਦੇ ਗਲ ਪੈ ਜੇ। ਇਹੋ ਹੀ ਮਤਲਬ ਹੋ ਸਕਦਾ। ਅਸੀਂ ਇਹਨਾਂ ਵਹਿਮਾਂ ਭਰਮਾਂ ਵਿੱਚ ਹੀ ਧੱਕੇ ਖਾਂਦੇ ਫਿਰਦੇ ਆ ਨਾ। ਗੁਰੂ ਪਿਆਰਿਓ, ਗੁਰੂ ਕਾ ਲੰਗਰ ਲਾਓ, ਭੁੱਖੇ ਦੇ ਢਿੱਡ ਨੂੰ ਭਰੋ। ਸਾਨੂੰ ਜੋ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਹੈ, ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚ ਭਗਤ ਕਬੀਰ ਜੀ ਇਹ ਗੱਲ ਕਹਿੰਦੇ ਨੇ ਕਿ ਕਈ ਤਰੀਕਿਆਂ ਦੇ ਨਾਲ ਉੱਚੇ ਨੀਵਿਆਂ ਥਾਵਾਂ ਤੇ ਘਰਾਂ ਵਿੱਚ ਜਾ ਕਰਕੇ ਕਈ ਤਰ੍ਹਾਂ ਦੇ ਪਖੰਡਵਾਦ ਕਰਕੇ ਆਪਣਾ ਤੁਸੀਂ ਢਿੱਡ ਭਰਦੇ ਹੋ। 14 ਅਮਾਵਸ ਰਚ ਰਚ ਮੰਗਹਿ, ਕਰ ਦੀਪਕ ਲੈ ਕੂਪ ਪਰਹਿ। ਕਦੀ ਕਹਿੰਦੇ ਜੇ 14 ਆ ਗਿਆ, ਕਦੀ ਕਹਿੰਦੇ ਜੇ ਮੱਸਿਆ ਆ ਗਿਆ। ਕਈ ਤਰੀਕਿਆਂ ਦੇ ਨਾਲ ਪਖੰਡ ਰਚ ਰਚ ਕਰਕੇ ਪੰਡਤ ਜੀ ਤੁਸੀਂ ਮੰਗਦੇ ਜੇ। ਇਸ ਕਰਕੇ ਤੁਸੀਂ ਆਪਣੇ ਹੱਥ ਦੇ ਵਿੱਚ ਦੀਵਾ ਲੈ ਕੇ ਵੀ, ਗਿਆਨ ਦਾ ਦੀਵਾ ਲੈ ਕੇ ਤੇ ਹਨੇਰੇ ਦੇ ਖੂਹ ਵਿੱਚ ਡਿੱਗਦੇ ਹੋ। ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ, ਮੋਹੇ ਤੋਹੇ ਬਰਾਬਰੀ ਕੈਸੇ ਕੈ ਬਨਹੇ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦੇ ਵਿੱਚ ਭਗਤ ਕਬੀਰ ਜੀ ਇਹ ਗੱਲ ਕਹਿੰਦੇ ਨੇ, ਕਹਿੰਦੇ ਪੰਡਤ ਜੀ ਤੁਸੀਂ ਜੇ ਪੰਡਤ, ਤੁਸੀਂ ਜੇ ਗਿਆਨਵਾਨ, ਪਰ ਮੈਂ ਤਾਂ ਇੱਕ ਜੁਲਾਇਆ ਹਾਂ। ਮੈਂ ਤਾਂ ਇਸੇ ਪ੍ਰਕਾਰ ਧਾਗਿਆਂ ਨੂੰ ਬੁਣਨ ਵਾਲਾ ਹਾਂ, ਕੱਪੜਿਆਂ ਨੂੰ ਬੁਣਨ ਵਾਲਾ ਹਾਂ। ਤੇਰੀ ਤੇ ਮੇਰੀ ਬਰਾਬਰੀ ਕੋਈ ਨਹੀਂ। ਮੈਂ 10 ਨੋਹਾਂ ਦੀ ਕਿਰਤ ਕਰਨੀ ਹੈ। ਆ ਜਿੰਨਾ ਕੁ ਕੁਝ ਮੇਰੇ ਕੋਲ ਬੁਣਿਆ ਗਿਆ ਮੈਨੂੰ ਇਹਦੇ ਪੈਸੇ ਮਿਲਣੇ, ਆਪਣੀ ਉਪਜੀਵਕਾ ਕਰਨੀ ਹੈ। ਤੇ ਤੁਸੀਂ ਆਪਣੇ ਆਪ ਨੂੰ ਗਿਆਨਵਾਨ ਵੱਡੇ ਪੰਡਤ ਕਹਿੰਦੇ ਜੇ।
ਇਸ ਕਰਕੇ ਤੁਹਾਡਾ ਤੇ ਮੇਰਾ ਮੇਲ ਕੋਈ ਨਹੀਂ ਹੈ, ਮੇਰੀ ਤੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਬਰਾਬਰੀ ਨਹੀਂ ਬਣਦੀ। ਹਮਰੇ RAM ਨਾਮ ਕਹਿ ਉਬਰੇ, ਵੇਦ ਭਰੋਸੇ ਪਾਂਡੇ ਡੂਬ ਮਰਹੇ। ਅਖੀਰਲੀ ਪੰਕਤੀ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਹਮਰੇ RAM ਨਾਮ ਕਹਿ ਉਬਰੇ, ਅਸੀਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਰਾਮ ਦੇ ਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਆਪਣਾ ਜੀਵਨ ਬਤੀਤ ਕਰਦਿਆਂ ਦਸਾਂ ਨੋਹਾਂ ਦੀ ਕਿਰਤ ਕਰ ਰਹੇ ਹਾਂ। ਇਸ ਕਰਕੇ ਵੇਦ ਭਰੋਸੈ ਪਾਂਡੇ ਡੂਬ ਮਰੇ। ਜਿਹੜਾ ਵੇਦਾਂ ਦਾ ਭਰੋਸਾ ਕਰਦਾ ਹੈ, ਦੁਨੀਆ ਦੇ ਗ੍ਰੰਥਾਂ ਦਾ, ਉਹ ਅਖੀਰ ਨੂੰ ਸੰਸਾਰ ਸਾਗਰ ਦੇ ਵਿੱਚ ਡੁੱਬ ਜਾਂਦਾ ਹੈ। ਉਹ ਡੁੱਬ ਕਰਕੇ ਤੇ ਮਰ ਜਾਂਦਾ ਹੈ। ਇਸ ਸੰਸਾਰ ਤੋਂ ਫਿਰ ਉਹਦੇ ਕੋਲੋਂ ਤਰਿਆ ਨਹੀਂ ਜਾਂਦਾ। ਇਹ ਲੜੀਵਾਰ ਪਵਿੱਤਰ ਗੁਰਬਾਣੀ ਦੀ ਜੋ ਚੱਲ ਰਹੀ ਲੜੀਵਾਰ ਕਥਾ ਹੈ, ਉਹਦਾ ਇੱਕ ਸ਼ਬਦ ਆਪ ਜੀ ਦੇ ਨਾਲ ਸਾਂਝ ਪਾਉਣ ਦਾ ਯਤਨ ਕੀਤਾ ਹੈ। ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਨੇ। ਉੱਚਾ ਨੀਵਾਂ ਬਚਨ ਕਹਿ ਗਏ ਹਾਂ, ਅਣਜਾਣ ਹਾਂ, ਥੋੜੀ ਮੱਤ ਹੈ। ਸਤਿਗੁਰੂ ਅਤੇ ਆਪ ਰੱਬ ਵਰਗੀ ਸਾਰੀ ਸੰਗਤ ਬਖਸ਼ਣਹਾਰ ਹੈ। ਪਵਿੱਤਰ ਗੁਰਬਾਣੀ ਦੀ ਕਥਾ ਕਰਦਿਆਂ ਹੋਇਆਂ ਆਪਾਂ ਵਿਚਾਰ ਸਰਵਣ ਕੀਤੀ ਹੈ। ਵਿਚਾਰ ਗੁਰੂ ਦੀ ਹੈ। ਭੁੱਲਾਂ ਦੱਸਦੀਆਂ ਨੇ, ਅਣਜਾਣ ਸਮਝ ਕਰਕੇ ਮੁਆਫੀ ਬਖਸ਼ਿਸ਼ ਕਰ ਦੇਣੀ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀ ਰੱਬ ਵਰਗੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ, ਜਿਨ੍ਹਾਂ ਨੇ ਇਹ ਵਿਸ਼ੇਸ਼ ਗੁਰਮਤਿ ਸਮਾਗਮਾਂ ਦੇ ਅੰਦਰ ਹਾਜ਼ਰੀ ਭਰਨ ਦਾ ਹੁਕਮ ਲਾਇਆ ਹੈ। ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਕਰਕੇ ਸਮਾਪਤੀ ਕਰੀਏ ਜੀ। ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ, ਤੋਹੇ ਬਰਾਬਰੀ ਕੈਸੇ ਕੈ ਬਨੇ, ਹਮਰੇ RAM ਨਾਮ ਕਹਿ ਉਬਰੇ, ਵੇਦ ਭਰੋਸੇ ਪਾਂਡੇ ਡੂਬ ਮਰਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।